ਹੈ ਪੀ ਸਚ ਨਾਨਕ ਹੋਸੀ ਪੀ ਸਚ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟਢੋਲ। ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀ ਹੈ ਸਾਥ। ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀ ਹੈ ਖਾਤ। ਪੜੀਆ ਹੈ ਜੇਤੇ ਵਰਸ ਵਰਸ ਪੜੀਆ ਹੈ ਜੇਤੇ ਮਾਸ। ਪੜੀਆ ਜੇਤੀ ਆਰਜਾ ਪੜੀਆ ਹੈ ਜੇਤੇ ਸਾਸ। ਨਾਨਕ ਲੇਖਿਆ ਇੱਕ ਗੱਲ ਹੋਰ ਹਉਮੈ ਝਖਣਾ ਝਾਖ। ਪੜ ਪੜ ਗੱਡੀ ਲੱਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਿੰਘ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਤ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ
ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਦਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਜਗਤ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਹੋਏ ਕਸ਼ਮੀਰ ਦੇ ਇਲਾਕੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਸਨ, ਜਿੱਥੇ ਪਾਵਨ ਅਸਥਾਨ ਗੁਰਦੁਆਰਾ ਮਟਨ ਸਾਹਿਬ ਬਣਿਆ ਹੈ। ਸਤਿਗੁਰੂ ਜੀ ਦੀ ਯਾਦ ਵਜੋਂ ਇਹ ਪਵਿੱਤਰ ਅਸਥਾਨ ਸੁਸ਼ੋਭਿਤ ਹੈ, ਜਿਸ ਬਾਬਤ ਗੁਰ ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ। ਇਸ ਅਸਥਾਨ ਤੇ ਇੱਕ ਪੰਡਿਤ ਬਹੁਤੀ ਵਿਦਿਆ ਪੜ੍ਹਿਆ ਹੋਇਆ ਤੇ ਮਨ ਵਿੱਚ ਬੜਾ ਹੰਕਾਰ ਸੀ। ਜਿਸ ਵੀ ਕਿਸੇ ਨਾਲ ਉਸਨੇ ਚਰਚਾ ਕਰਨੀ, ਵਿਦਿਆ ਦੇ ਵਿੱਚ ਹਰਾ ਕਰਕੇ ਉਸ ਨੂੰ ਸ਼ਾਸਤਰਾਂ ਦੁਆਰਾ ਜਿੰਨੇ ਵੀ ਧਾਰਮਿਕ ਗ੍ਰੰਥ ਸਨ ਸਾਰੇ ਖੋਹ ਲੈਂਦਾ ਸੀ। ਆਪਣੇ ਪਾਸ ਸਾਰੇ ਗ੍ਰੰਥ ਇਕੱਠੇ ਕਰ ਕਰਕੇ ਊਠਾਂ ਦੇ ਊਠ, ਭਾਰਾਂ ਦੇ ਭਾਰ ਲੱਦੇ ਹੋਏ ਸਨ। ਕਿਤੇ ਗੱਡਿਆਂ ਤੇ ਲੱਦ ਕਰਕੇ ਨਾਲ ਹੀ ਲਈ ਫਿਰਨੇ, ਤੇ ਕਿਤੇ ਕਈ ਵਾਰ ਊਠਾਂ ਦੇ ਉੱਪਰ ਲੱਦ ਕਰਕੇ ਲੈ ਜਾਣੇ। ਤੇ ਜੇ ਨਦੀ ਵਿੱਚ ਲੰਘਣ ਦੇ ਵਾਸਤੇ ਕੋਈ ਸਾਧਨ ਨਾ ਹੋਣਾ ਤੇ ਬੇੜੀ ਦੇ ਵਿੱਚ ਉਹ ਗ੍ਰੰਥ ਲੱਦ ਕੇ ਲੈ ਜਾਂਦਾ ਸੀ। ਇਉਂ ਭਾਰਾਂ ਦੇ ਭਾਰ ਗ੍ਰੰਥ ਇਕੱਤਰ ਕੀਤੇ ਹੋਏ ਸਨ। ਜਦੋਂ ਸਤਿਗੁਰੂ ਜੀ ਦੇ ਨਾਲ ਉਹਦਾ ਮੇਲ ਹੋਇਆ ਤੇ ਮਹਾਰਾਜ ਸਾਹਿਬ ਜੀ ਦੇ ਦੀਦਾਰ ਕਰਕੇ ਹਿਰਦਾ ਬੜਾ ਆਨੰਦ ਸਹਿਤ ਹੋ ਗਿਆ। ਪਰ ਬੇਸਮਝ ਸੀ, ਕਿਉਂਕਿ ਹੰਕਾਰੀ ਬੰਦਾ ਬੇਸਮਝ ਹੁੰਦਾ। ਹੰਕਾਰ ਦਾ ਮੱਤ ਤੇ ਪੜਦਾ ਪੈਣੇ ਕਰਕੇ ਰੱਬ ਸਾਹਮਣੇ ਵੀ ਖਲੋਤਾ ਹੋਵੇ ਤਾਂ ਵੀ ਉਸ ਮਨੁੱਖ ਨੂੰ ਨਹੀਂ ਦਿਸਦਾ ਕਿ ਪ੍ਰਮਾਤਮਾ ਮੇਰੇ ਸਨਮੁਖ ਖਲੋਤਾ ਹੈ, ਪਰਮੇਸ਼ਰ ਮੇਰੇ ਸਾਹਮਣੇ ਖਲੋਤਾ ਹੈ। ਸਤਿਗੁਰੂ ਜੀ ਨੂੰ ਹੀ ਪੁੱਛਣ ਲੱਗ ਪਿਆ ਕਿ ਮੇਰਾ ਮਨ ਨਹੀਂ ਸ਼ਾਂਤ ਹੁੰਦਾ, ਭਾਵੇਂ ਮੈਂ ਵਿਦਿਆ ਵੀ ਬਹੁਤ ਪੜ੍ਹੀ ਹੈ, ਜਿਹੜਾ ਮਰਜ਼ੀ ਵਿਦਵਾਨ ਚੱਲ ਕੇ ਆਉਂਦਾ ਮੈਂ ਉਹਨੂੰ ਹਰਾ ਕੇ ਉਹਦੇ ਗ੍ਰੰਥ ਖੋਹ ਲੈਣਾ, ਪਰ ਮਨ ਨਹੀਂ ਮੇਰਾ ਅਜੇ ਤੱਕ ਸ਼ਾਂਤ ਹੋਇਆ। ਮਨ ਭਟਕਦਾ ਹੀ ਰਹਿੰਦਾ ਹੈ। ਤੇ ਮੈਂ ਗੁਰੂ ਕਿਸ ਨੂੰ ਧਾਰਨ ਕਰਨਾ? ਤੇ ਗਰੀਬ ਨਵਾਜ ਸਤਿਗੁਰੂ ਜੀ ਨੇ ਬਚਨ ਕੀਤਾ, ਕਹਿੰਦੇ ਕਿ ਉੱਚੀ ਪਹਾੜੀ ਨਜ਼ਰ ਆ ਰਹੀ ਹੈ ਨਾ, ਉਸ ਥਾਂ ਤੇ 3 ਮਹਾਤਮਾ ਬੈਠੇ, ਉਹਨਾਂ ਨੂੰ ਜਾ ਕੇ ਪੁੱਛ ਕਿ ਮੈਂ ਗੁਰੂ ਕਿਸ ਨੂੰ ਧਾਰਨ ਕਰਾਂ। ਉਹਨਾਂ ਦੇ ਕੋਲ ਜਾ ਕਰਕੇ ਨਮਸਕਾਰ ਕਰ। ਜਦੋਂ ਗਿਆ ਤੇ ਤਿੰਨੇ ਦੇਵਤੇ ਬ੍ਰਹਮਾ, ਸ਼ਿਵ ਜੀ ਤੇ ਵਿਸ਼ਨੂੰ ਇਹ ਸਾਧੂਆਂ ਦਾ ਰੂਪ ਬਣਾ ਕਰਕੇ ਬੈਠੇ ਸਨ। ਜਾ ਕੇ ਨਮਸਕਾਰ ਕੀਤੀ, ਕਹਿਣ ਲੱਗਾ ਜੀ ਮੈਂ ਗੁਰੂ ਕਿਸ ਨੂੰ ਧਾਰਨ ਕਰਾਂ? ਵਿਦਿਆ ਤਾਂ ਭਾਵੇਂ ਬਹੁਤ ਪੜ੍ਹੀ ਹੈ ਪਰ ਮਨ ਨਹੀਂ ਮੇਰਾ ਅਜੇ ਤੱਕ ਸ਼ਾਂਤ ਹੋ ਸਕਿਆ। ਇਹਦਾ ਕਾਰਨ ਕੀ ਹੈ? ਕਿਸ ਨੂੰ ਗੁਰੂ ਧਾਰਨ ਕਰਾਂ? ਇਹਦੇ ਮਨ ਦੀ ਜਿਹੜੀ ਤਮੰਨਾ ਸੀ ਨਾ ਕਿ ਇਹ ਤਾਂ ਹਰ ਸਮੇਂ ਪੈਸੇ ਨੂੰ ਮੁੱਖ ਰੱਖਦਾ ਹੈ, ਹਰ ਸਮੇਂ ਮਾਇਆ ਦੇ ਵਿੱਚ ਹੀ ਆਪਣੇ ਚਿੱਤ ਨੂੰ ਜੋੜ ਕੇ ਰੱਖਦਾ ਹੈ। ਤੇ ਕਹਿਣ ਲੱਗੇ ਕਿ ਅੱਗੇ ਮੰਦਿਰ ਹੈ, ਉਸ ਮੰਦਿਰ ਦੇ ਵਿੱਚ ਤੇਰਾ ਗੁਰੂ ਹੈ, ਜਾ ਉਸ ਨੂੰ ਧਾਰਨ ਕਰ ਲੈ। ਜਦੋਂ ਗਿਆ ਤੇ ਇੱਕ ਨੌਜਵਾਨ ਇਸਤਰੀ ਸੀ, ਤਨ ਦੇ ਉੱਪਰ ਬਹੁਤ ਹਾਰ ਸ਼ਿੰਗਾਰ ਕੀਤੇ ਹੋਏ ਤੇ ਉਹ ਨਾਚ ਕਰ ਰਹੀ ਸੀ। ਇਹਨੇ ਦੇਖਿਆ ਕਿ ਬੜਾ ਧਗਦਾ ਹੋਇਆ ਨੂਰ ਹੈ, ਹੋ ਸਕਦਾ ਇਹੋ ਗੁਰੂ ਹੋਵੇ, ਪ੍ਰਤਾਪੀ ਗੁਰੂ ਹੋਵੇ। ਜਦੋਂ ਜਾ ਕੇ ਉਸ ਔਰਤ ਦੇ ਚਰਨਾਂ ਤੇ ਇਸਨੇ ਜਾ ਕੇ ਆਪਣਾ ਸੀਸ ਰੱਖਿਆ ਤੇ ਉਹਨੇ ਸਾਧ ਸੰਗਤ ਜੀ ਆਪਣੀਆਂ ਚਰਨ ਦਾਸੀਆਂ ਲਾ ਕੇ ਸਿਰ ਦੇ ਵਿੱਚ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਆਪਣੀ ਜੁੱਤੀ ਲਾ ਕੇ ਨਾ ਪੈਰੋਂ ਇਹ ਚੰਗੀ ਤਰ੍ਹਾਂ ਬਹੁਤ ਇਹਦੇ ਸਿਰ ਦੇ ਵਿੱਚ ਮਾਰੀਆਂ। ਜਦੋਂ ਬੇਸੁਰਤਾ ਹੋ ਗਿਆ ਨਾ, ਬਹੁਤੀਆਂ ਜੁੱਤੀਆਂ ਖਾ ਕੇ ਤੇ ਫਿਰ ਆਖਰਕਾਰ ਪਿੱਛੇ ਮੁੜ ਕੇ ਆਇਆ। ਫਿਰ ਉਹਨਾਂ 3 ਸਾਧੂਆਂ ਨੇ ਪੁੱਛਿਆ, ਕਹਿਣ ਲੱਗੇ ਗੁਰੂ ਮਿਲ ਗਿਆ ਕਿ ਨਹੀਂ? ਕਹਿੰਦਾ ਜੀ ਗੁਰੂ ਕੀ ਮਿਲਣਾ ਸੀ, ਬੜੇ ਕੜਵੇ ਜੀ ਸੁਭਾਅ ਦੀ ਇੱਕ ਔਰਤ ਸੀ, ਉਹਨੂੰ ਮੈਂ ਗੁਰੂ ਸਮਝਿਆ ਕਿ ਬੜਾ ਦਗਦਾ ਹੋਇਆ ਨੂਰ ਹੈ। ਤੇ ਮੈਂ ਜਾ ਕੇ ਜਦੋਂ ਉਹਦੇ ਪੈਰਾਂ ਤੇ ਆਪਣਾ ਮੱਥਾ ਰੱਖਿਆ, ਨਮਸਕਾਰ ਕੀਤੀ, ਉਹਨੇ ਤਾਂ ਮੇਰਾ ਮੱਢ ਖੇਡ ਦਿੱਤਾ ਮਾਰ ਮਾਰ ਕੇ ਜੁੱਤੀਆਂ। ਉਹਨੇ ਤੇ ਜੁੱਤੀਆਂ ਇੰਨੀਆਂ ਜ਼ਿਆਦਾ ਮਾਰੀਆਂ, ਮੈਂ ਬੇਸੁਰਤਾ ਹੋ ਕਰਕੇ ਫਿਰ ਵਾਪਸ ਭੱਜ ਕੇ ਆਇਆ, ਮਸਾਂ ਜਾਨ ਬਚਾਈ ਹੈ। ਤੇ ਤੁਸੀਂ ਦੱਸੋ ਗੁਰੂ ਕੌਣ ਹੈ? ਮੈਨੂੰ ਕਿਹਦੇ ਪਾਸ ਤੁਸੀਂ ਭੇਜ ਦਿੱਤਾ ਸੀ? ਉਹ ਫਿਰ 3 ਦੇਵਤੇ ਉਹ ਸਾਧੂ ਦੇ ਰੂਪ ਦੇ ਵਿੱਚ ਖਿੜ ਖੜਾ ਕੇ ਹੱਸ ਪਏ, ਕਹਿੰਦੇ ਅਸਲ ਦੇ ਵਿੱਚ ਗੁਰੂ ਤੇਰਾ ਉਹੋ ਹੀ ਹੈ
ਜਿਸ ਵਿੱਚ ਤੇਰਾ ਮਨ ਹਰ ਸਮੇਂ ਪਰਜਿਆ ਰਹਿੰਦਾ ਸੀ। ਕਦੇ ਵੀ ਜ਼ਿੰਦਗੀ ਵਿੱਚ ਤੂੰ ਭਲਾ ਨਹੀਂ ਕੀਤਾ, ਨਾ ਕਦੇ ਨਿਮਰਤਾ ਧਾਰਨ ਕੀਤੀ। ਜੀਵਨ ਭਰ ਤੋਂ ਇਹੋ ਮਨ ਦੇ ਵਿੱਚ ਮਾਇਆ ਦੇ ਬਲਬਲੇ ਹੀ ਕਰਦਾ ਰਹਿੰਦਾ ਸੀ। ਇਸ ਕਰਕੇ ਮਾਇਆ ਹੀ ਤੇਰਾ ਗੁਰੂ ਹੈ। ਉਹ ਅਸਲ ਦੇ ਵਿੱਚ ਮਾਇਆ ਨੇ ਹੀ ਇਸਤਰੀ ਰੂਪ ਧਾਰਨ ਕੀਤਾ ਹੋਇਆ ਸੀ। ਤੇ ਕਹਿੰਦਾ ਜੀ ਕਿਰਪਾ ਕਰੋ, ਹੁਣ ਤਾਂ ਮੈਨੂੰ ਸਹੀ ਰਸਤਾ ਦੱਸ ਦੇਵੋ। ਕਹਿੰਦੇ ਜਿਨ੍ਹਾਂ ਦੀ ਸ਼ਰਨ ਵਿੱਚੋਂ ਤੂੰ ਛੱਡ ਕਰਕੇ ਆਇਆ, ਜਿਨ੍ਹਾਂ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀ ਨੂੰ ਗੁਰੂ ਧਾਰਨ ਕਰਨਾ ਸੀ, ਉਹਨਾਂ ਨੂੰ ਪੁੱਛਿਆ ਗਿਆ ਕਿ ਮੇਰਾ ਗੁਰੂ ਕੌਣ ਹੈ, ਮੈਂ ਗੁਰੂ ਕਿਸ ਨੂੰ ਧਾਰਨ ਕਰਾਂ। ਤੇਰੀ ਬੇਸਮਝਤਾ ਸੀ, ਮੂఢਤਾ ਸੀ, ਮਾੜੇ ਭਾਗ ਸਨ ਤੇਰੇ। ਜਾਂ ਅਜੇ ਵੀ ਚੰਗਾ ਉਹਨਾਂ ਦੀ ਸ਼ਰਨ ਵਿੱਚ ਜਾ ਕੇ ਪੈ ਜਾ, ਤੇਰਾ ਭਲਾ ਹੋ ਜਾਵੇਗਾ। ਜਦੋਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਦੁਬਾਰਾ ਆ ਕੇ ਨਮਸਕਾਰ ਕੀਤੀ ਹੈ, ਗਰੀਬ ਨਵਾਜ ਸਤਿਗੁਰੂ ਜੀ ਦੀ ਭੁੱਲ ਬਖਸ਼ਾਈ ਤੇ ਕਹਿਣ ਲੱਗਾ, ਮਹਾਰਾਜ ਮੈਨੂੰ ਉਪਦੇਸ਼ ਬਖਸ਼ੋ, ਮੇਰਾ ਜੀਵਨ ਸਫਲਾ ਹੋ ਜਾਵੇ, ਲੋਕ ਪਰਲੋਕ ਸੁਹੇਲਾ ਹੋ ਜਾਵੇ, ਐਸਾ ਉਪਦੇਸ਼ ਮੈਨੂੰ ਬਖਸ਼ੋ। ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਰਾਹੀਂ ਫਿਰ ਉਪਦੇਸ਼ ਬਖਸ਼ਿਸ਼ ਕੀਤਾ ਸੀ। ਸਾਧ ਸੰਗਤ ਜੀ, ਇਹ ਸ਼ਬਦ ਦੀਆਂ ਦੋ ਉਥਾਨਕਾਂ ਹੁੰਦੀਆਂ ਨੇ ਸੰਪਰਦਾ ਦੇ ਵਿੱਚ। ਇੱਕ ਇਹ ਉਥਾਨਕਾ ਤੇ ਦੂਜੀ ਉਥਾਨਕਾ ਹੈ ਸ਼ੇਖ ਬ੍ਰਹਮਪ੍ਰੀਤ ਦੇ ਪ੍ਰਥਾਏ, ਜਿਹਦੇ ਨਾਲ ਸਤਿਗੁਰੂ ਜੀ ਪਾਕਪਟਨ ਸ਼ਹਿਰ ਦੇ ਅੰਦਰ ਸੰਵਾਦ ਕਰਦੇ ਹੋਏ ਚਰਚਾ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਇਹ ਆਸਾ ਕੀ ਵਾਰ ਦੇ ਪਿਛਲੇ ਜਿੰਨੇ ਵੀ ਸ਼ਬਦ ਆਏ ਹੈ ਨਾ, ਹਜੂਰ ਨੇ ਸ਼ੇਖ ਬ੍ਰਹਮਪ੍ਰੀਤ ਦੇ ਬੇਨਤੀਆਂ ਕਰਨ ਤੇ ਉਚਾਰਨ ਕੀਤੇ ਹੈ। ਜੋ ਭਗਤ ਫਰੀਦ ਸਾਹਿਬ ਜੀ ਦਾ ਪੋਤਰਾ ਸੀ, ਜਿਵੇਂ ਜਿਵੇਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਵਾਲ ਵਜੋਂ ਬੇਨਤੀ ਕਰਦਾ ਹੈ, ਤਿਵੇਂ ਤਿਵੇਂ ਮਹਾਰਾਜ ਸਾਹਿਬ ਜੀ ਜੋਗ ਉੱਤਰ ਦੇ ਕਰਕੇ ਸ਼ੰਕਿਆਂ ਭਰਮਾਂ ਦੀ ਨਿਵਰਤੀ ਕਰ ਰਹੇ ਹਨ। ਔਰ ਇਹ ਦੋ ਉਥਾਨਕਾਂ ਸੰਪਰਦਾ ਦੇ ਵਿੱਚ ਮੰਨੀਆਂ ਜਾਂਦੀਆਂ ਨੇ। ਤੇ ਮਹਾਰਾਜ ਸਤਿਗੁਰੂ ਜੀ ਨੇ ਦੋਨਾਂ ਦੇ ਪਰਥਾਏ ਉਪਦੇਸ਼ ਬਖਸ਼ਿਸ਼ ਕਰਕੇ ਫਿਰ ਅੰਤਰੀਵ ਭਾਵ ਦੇ ਵਿੱਚ ਵੀ ਫਲਾਦੇਸ਼ ਬਖਸ਼ਿਆ ਹੈ। ਕਿਉਂਕਿ ਗੁਰੂ ਕੀ ਬਾਣੀ ਸਾਧ ਸੰਗਤ ਜੀ ਸਭ ਦੇ ਵਾਸਤੇ ਸਾਂਝੀ ਵਾਰਤਾ ਦਾ ਉਪਦੇਸ਼ ਬਖਸ਼ਿਸ਼ ਕਰਦੀ ਹੈ। ਕਦੇ ਵੀ ਇੱਕ ਪੱਖ ਤੋਂ ਨਹੀਂ, ਭਾਵੇਂ ਕਿਸੇ ਵੀ ਮਜ਼ਹਬ ਦਾ ਕੋਈ ਵੀ ਜੀਵ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਹਰ ਇੱਕ ਦੇ ਲਈ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਹੈ। ਭਾਵੇਂ ਉਹ ਪੰਡਿਤ ਸੀ, ਵਿਦਿਆ ਦਾ ਅਭਿਮਾਨੀ, ਤੇ ਭਾਵੇਂ ਸ਼ੇਖ ਬ੍ਰਹਮਪ੍ਰੀਤ ਜੀ ਹੈ, ਔਰ ਭਾਵੇਂ ਜਗਿਆਸੂ ਜਨ ਹੈ ਜੋ ਹੱਥ ਜੋੜ ਕੇ ਬੇਨਤੀਆਂ ਕਰਦਾ, ਮਹਾਰਾਜ ਜੀਵਨ ਦੀ ਸਫਲਤਾ ਲਈ ਮੈਨੂੰ ਕੀ ਕਰਨਾ ਚਾਹੀਦਾ। ਮਹਾਰਾਜ ਤਿੰਨਾਂ ਨੂੰ ਬਾਰ-ਬਾਰ ਉਪਦੇਸ਼ ਬਖਸ਼ਿਸ਼ ਕਰਦੇ ਹੈ। ਤੋ ਆਓ ਹੁਣ ਪਹਿਲਾਂ ਬਾਹਜ ਭਾਵ ਦੇ ਵੀ ਸਤਿਗੁਰੂ ਜੀ ਦੇ ਪਾਵਨ ਸ਼ਬਦ ਦੇ ਵਿਚਾਰ ਸਰਵਣ ਕਰੀਏ, ਫਿਰ ਅੰਤਰੀਵ ਭਾਵ ਦੇ ਵੀ ਸਰਵਣ ਕਰਾਂਗੇ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਇੱਕ ਵਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਹਨ। ਹੈ ਪੰਡਿਤ, ਦੁਨਿਆਵੀ ਵਿਦਿਆ ਪੜ ਕਰਕੇ ਜਾਂ ਕਿਸੇ ਨੂੰ ਵਿਦਿਆ ਪੜ ਕੇ ਕਿਸੇ ਨੂੰ ਹਰਾ ਕੇ ਜਿਹੜੇ ਗੱਡੇ ਲੱਦ ਲੈਣੇ ਆ ਧਾਰਮਿਕ ਗ੍ਰੰਥਾਂ ਦੇ ਨਾਲ, ਕਦੇ ਕਿਸੇ ਤੋਂ ਗ੍ਰੰਥ ਖੋਹ ਲਿਆ, ਕਦੇ ਕਿਸੇ ਦੇ ਗ੍ਰੰਥਾਂ ਨੂੰ ਆਪਣੇ ਅਧੀਨ ਕਰ ਲੈਣਾ ਕੀਤਾ। ਪੜ ਪੜ ਭਰੀ ਹੈ ਸਾਥ। ਫਿਰ ਸਾਥ ਕਹਿੰਦੇ ਨੇ ਜਿਹੜੇ ਊਠਾਂ ਦੇ ਸਾਥ ਚੱਲਦੇ ਆ ਨਾ ਮਾਰੂ ਥਲੇ ਇਲਾਕਿਆਂ ਦੇ ਵਿੱਚ, ਇੱਕ ਦੋ ਨੇ ਕਿੰਨੀਆਂ ਕਿੰਨੀਆਂ ਕਤਾਰਾਂ, ਬਹੁਤ ਸਾਰੇ ਊਠ ਲੰਬੀਆਂ ਕਤਾਰਾਂ ਬਣਾ ਕਰਕੇ ਚੱਲਦੇ ਐ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿਤੇ ਗੱਡੇ ਭਰ ਕਰਕੇ ਗ੍ਰੰਥਾਂ ਦੇ ਲੈ ਕੇ ਚੱਲਦਾ, ਫਿਰ ਜਿੱਥੇ ਗੱਡੇ ਨਹੀਂ ਚੱਲਦੇ ਉੱਥੇ ਊਠਾਂ ਦੇ ਸਾਥ ਬਣਾ ਬਣਾ ਕਰਕੇ ਉਹਨਾਂ ਨੂੰ ਲੱਦ ਕੇ ਚੱਲਦਾ ਹੈ। ਪੜ ਪੜ ਬੇੜੀ ਪਾਈ ਐ। ਫਿਰ ਹਜੂਰ ਕਹਿੰਦੇ ਹਨ ਜਿੱਥੇ ਪਾਣੀ ਦੇ ਵਿੱਚ, ਨਦੀ ਦੇ ਵਿੱਚ ਲੰਘਣ ਦੇ ਵਾਸਤੇ ਊਠ ਵੀ ਨਹੀਂ ਚੱਲ ਸਕਦੇ, ਉੱਥੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਬੇੜੀ ਦੇ ਵਿੱਚ ਗ੍ਰੰਥ ਲੱਦ ਕਰਕੇ ਚੱਲਦਾ ਹੈ। ਪੜ ਪੜ ਗੱਡੀ ਹੈ ਖਾਤ। ਤੇ ਜਦੋਂ ਉਹ ਗ੍ਰੰਥ ਬਿਰਧ ਹੋ ਜਾਂਦੇ ਫਿਰ ਖਾਤਿਆਂ ਵਿਦਿਆਲਿਆਂ ਦੀ ਵੀ ਜਾ ਕਰਕੇ ਰੱਖ ਦਿੰਦਾ।
ਨਹੀਂ ਤਾਂ ਪੁਸਤਕਾਲਿਆਂ ਦੇ ਵਿੱਚ ਬਹੁਤ ਸਾਰੇ ਵੱਡੇ ਵੱਡੇ ਕਿੰਨੇ ਕਿੰਨੇ ਗ੍ਰੰਥ ਇਕੱਤਰ ਕਰਕੇ ਰੱਖ ਲੈਂਦਾ ਹੈ। ਪੜਿਆ ਹੈ ਜੇਤੇ ਵਰਸ ਵਰਸ ਤੇ ਫਿਰ ਇਹਨਾਂ ਗ੍ਰੰਥਾਂ ਨੂੰ ਕਿੰਨਾ ਚਿਰ ਪੜ੍ਹਿਆ? ਵਰਸ ਕਹਿੰਦੇ ਨੇ ਸਾਲ ਨੂੰ। ਜ਼ਿੰਦਗੀ ਦੇ ਜਿੰਨੇ ਸਾਲ ਪ੍ਰਮਾਤਮਾ ਨੇ ਬਖਸ਼ੇ ਹੈ, ਜਿੰਨੀ ਆਰਬਲਾ ਬਖਸ਼ੀ ਹੈ, ਮਹਾਰਾਜ ਕਹਿੰਦੇ ਉਹਨਾਂ ਹਰ ਵਰਸਾਂ ਦੇ ਵਿੱਚ ਸਾਲਾਂ ਸਾਲਾਂ ਦੇ ਵਿੱਚ ਪੜ੍ਹਦਾ ਹੈ। ਪੜਿਆ ਹੈ ਜੇਤੇ ਮਾਸ ਮਾਸ ਕਹਿੰਦੇ ਮਹੀਨਿਆਂ ਨੂੰ, ਤੇ ਜ਼ਿੰਦਗੀ ਦੇ ਜਿੰਨੇ ਸਾਲ ਅਤੇ ਜਿੰਨੇ ਮਹੀਨੇ ਹੈ ਉਹਨਾਂ ਮਹੀਨਿਆਂ ਦੇ ਵਿੱਚ ਵੀ ਮਹਾਰਾਜ ਕਹਿੰਦੇ ਪੜ੍ਹਦਾ ਹੈ। ਪੜ੍ਹ ਕਰਕੇ ਜਿੰਨੇ ਵੀ ਇਹ ਧਾਰਮਿਕ ਹੋਰ ਵਿਦਵਾਨਾਂ ਦੇ ਗ੍ਰੰਥ ਆ ਉਹਨਾਂ ਨੂੰ ਇਕੱਤਰ ਕਰਕੇ ਰੱਖੀ ਜਾਂਦਾ ਹੈ। ਪੜਿਆ ਜੇਤੀ ਆਰਜਾ ਤੇ ਜਿੰਨੀ ਆਰਜਾ ਉਮਰ ਪ੍ਰਮਾਤਮਾ ਨੇ ਦਿੱਤੀ ਹੈ ਉਹਨਾਂ ਸਮਾਂ ਵੀ ਭਾਵੇਂ ਗ੍ਰੰਥਾਂ ਨੂੰ ਪੜ੍ਹੀ ਜਾਂਦਾ ਹੈ। ਫਿਰ ਪੜ੍ਹ ਕਰਕੇ ਮਨ ਵਿੱਚ ਹੰਕਾਰ ਹੀ ਕਰਦਾ ਹੈ। ਪੜਿਆ ਹੈ ਜੇਤੇ ਸਾਸ ਤੇ ਜਿੰਨਾ ਚਿਰ ਇਹ ਸਰੀਰ ਦੇ ਅੰਦਰ ਸਵਾਸ ਚੱਲਦੇ ਆ ਉਹਨਾਂ ਸਵਾਸਾਂ ਦੇ ਰਾਹੀਂ ਹਰ ਸਮੇਂ ਕਹਿੰਦੇ ਵਿਦਿਆ ਹੀ ਪੜ੍ਹਦਾ ਰਹਿੰਦਾ ਹੈ। ਪੜ੍ਹ ਕਰਕੇ ਮਨ ਦੇ ਵਿੱਚ ਗੁਮਾਨ ਹੀ ਕਰਦਾ ਹੈ। ਨਾਨਕ ਲੇਖਿਆ ਇੱਕ ਗੱਲ ਪਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹ ਸ਼ਬਦ ਦਾ ਇੱਥੇ ਨਿਚੋੜ ਕੱਢ ਰਹੇ ਹੈ, ਤਤ ਕੱਢ ਕੇ ਦੱਸ ਰਹੇ ਹੈ। ਹਜੂਰ ਕਹਿੰਦੇ ਇੱਕੋ ਗੱਲ ਹੀ ਲੇਖੇ ਵਿੱਚ ਪੈਣ ਵਾਲੀ ਹੈ, ਪਰਮੇਸ਼ਰ ਦੇ ਭਜਨ ਕਰਨ ਦੀ। ਠੀਕ ਹੈ ਸਾਧ ਸੰਗਤ ਜੀ, ਵਿਦਿਆ ਕੋਈ ਵੀ ਪੜ੍ਹਨੀ ਹੈ ਇਹ ਮਾੜੀ ਨਹੀਂ ਹੈ, ਕਿਉਂਕਿ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਨੇ ਖਾਲਸੇ ਨੂੰ ਹੁਕਮ ਵੀ ਕੀਤਾ ਹੈ ਕਿ ਹੋਰ ਵੀ ਜਿਹੜੇ ਧਾਰਮਿਕ ਗ੍ਰੰਥ ਹਨ ਸਭ ਦਾ ਸਤਿਕਾਰ ਕਰਨਾ, ਉਹਨਾਂ ਨੂੰ ਪੜ੍ਹਨਾ ਵਿਚਾਰਨਾ ਵੀ ਚਾਹੀਦਾ, ਪਰ ਨਿਸ਼ਚਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਹੋਣਾ ਚਾਹੀਦਾ। ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਨਹੀਂ, ਕਦਾਚਿਤ ਵੀ ਛੱਡਣਾ ਚਾਹੀਦਾ। ਇਹ ਨਹੀਂ ਹੈ ਕਿ ਹੋਰ ਮਤਾਂ ਦੇ ਗ੍ਰੰਥ ਪੜ੍ਹ ਕੇ ਤੇ ਕਰਮ ਕਾਂਡਾਂ ਦੇ ਵਿੱਚ ਪੈ ਜਾਵੇ, ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਜਾਵੇ। ਹਰ ਇੱਕ ਧਾਰਮਿਕ ਗ੍ਰੰਥ ਦਾ ਸਤਿਕਾਰ ਵੀ ਕਰਨਾ ਹੈ, ਹੋਰ ਗ੍ਰੰਥਾਂ ਨੂੰ ਵੀ ਪੜ੍ਹਨਾ ਹੈ ਗਿਆਨ ਦੇ ਵਾਸਤੇ, ਪਰ ਨਿਸ਼ਚਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੇ ਸਿੱਖ ਦਾ ਹੋਣਾ ਚਾਹੀਦਾ। ਇਹ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਦਾ ਹੁਕਮ ਹੈ। 52 ਬਚਨ ਆਪ ਨੇ ਪੜ੍ਹੇ ਹੋਣਗੇ ਸਾਧ ਸੰਗਤ ਜੀ, ਤੇ ਇਹਨਾਂ ਦੇ ਵਿੱਚ ਸਤਿਗੁਰੂ ਜੀ ਨੇ ਖਾਲਸੇ ਨੂੰ ਹੁਕਮ ਕੀਤਾ ਹੈ। ਔਰ ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਨਾਨਕ ਲਿਖੈ ਇੱਕ ਗੱਲ, ਕਹਿੰਦੇ ਕਿ ਇਹਨਾਂ ਸਭ ਦੇ ਵਿੱਚੋਂ ਕਿ ਪਰਮੇਸ਼ਰ ਦੇ ਨਾਮ ਦੀ ਜਿਹੜੀ ਗੱਲ ਹੈ ਨਾ ਉਹ ਲੇਖੇ ਦੇ ਵਿੱਚ ਪੈਂਦੀ ਹੈ, ਉਹ ਜੀਵ ਦੀ ਲਿਖਤ ਦੇ ਵਿੱਚ ਪੈਂਦੀ ਭਾਵ ਸਫਲੀ ਹੋ ਜਾਂਦੀ ਹੈ। ਹੋਰ ਜਿੰਨੀ ਵੀ ਦੁਨਿਆਵੀ ਵਿਦਿਆ ਪੜ੍ਹ ਕੇ ਮਾਣ ਕਰਦਾ ਹੈ, ਹੰਕਾਰ ਕਰਦਾ ਹੈ, ਸਤਿਗੁਰੂ ਜੀ ਕਹਿੰਦੇ ਉਹ ਕਿਸੇ ਵੀ ਲੇਖੇ ਵਿੱਚ ਨਹੀਂ ਹੈ ਜੀਵਨ ਦੀ ਸਫਲਤਾ ਵਾਸਤੇ। ਸਗੋਂ ਕੀਤੇ ਹੋਏ ਚੰਗੇ ਕਰਮਾਂ ਦਾ ਫਲ ਵੀ ਜੀਵ ਦਾ ਅਜਾਈਂ ਚਲਾ ਜਾਂਦਾ ਹੈ ਜੇ ਵਿਦਿਆ ਪੜ੍ਹ ਕੇ ਵੀ ਮਾਣ ਕਰਦਾ ਹੈ। ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰ। ਜਿਸ ਮਨੁੱਖ ਦੇ ਮਨ ਦੇ ਵਿੱਚ ਹੰਕਾਰ ਰਹਿੰਦਾ ਹੈ ਜਾਂ ਵਿਦਿਆ ਪੜ੍ਹ ਕੇ ਲੋਭੀ ਬਣ ਜਾਂਦਾ, ਲੱਭ ਕਰਦਾ ਹੈ ਕਿ ਇਹ ਵਿਦਿਆ ਦੇ ਕਰਕੇ ਮੈਂ ਧਨ ਇਕੱਠਾ ਕਰੀ ਜਾਵਾਂ, ਪਦਾਰਥ ਹੀ ਖਾਈ ਜਾਵਾਂ ਆਪਣੇ ਸ਼ਾਗਿਰਦਾਂ ਤੋਂ ਚੇਲਿਆਂ ਤੋਂ, ਤੇ ਜਾਂ ਫਿਰ ਹੰਕਾਰ ਹੀ ਕਰਦਾ ਮਨ ਦੇ ਅੰਦਰ। ਮਹਾਰਾਜ ਕਹਿੰਦੇ ਉਹ ਪੜ੍ਹਿਆ ਹੋਇਆ ਵੀ ਮੂਰਖ ਹੈ, ਬੇਸਮਝ ਹੈ। ਇਸ ਕਰਕੇ ਭਾਵੇਂ ਦੁਨਿਆਵੀ ਵਿਦਿਆ ਹੈ ਤੇ ਭਾਵੇਂ ਬ੍ਰਹਮ ਵਿਦਿਆ ਹੈ, ਪੜ੍ਹ ਕੇ ਕਦੇ ਵੀ ਮਾਣ ਨਹੀਂ ਕਰਨਾ ਚਾਹੀਦਾ। ਵਿਦਿਆ ਪੜ੍ਹ ਕੇ ਕਦਾਚਿਤ ਵੀ ਮਨ ਵਿੱਚ ਹੰਕਾਰ ਨਹੀਂ ਕਰਨਾ ਚਾਹੀਦਾ। ਸੋ ਹਜੂਰ ਕਹਿੰਦੇ ਹਨ, ਨਾਨਕ ਲਿਖੈ ਇੱਕ ਗੱਲ, ਇੱਕ ਪਰਮੇਸ਼ਰ ਦੇ ਨਾਮ ਦੀ ਗੱਲ ਹੀ ਲੇਖੇ ਵਿੱਚ ਪੈਣ ਵਾਲੀ ਹੈ। ਹੇ ਜੀਵ ਤੇਰੇ ਜੀਵਨ ਨੂੰ ਸਫਲ ਬਣਾਉਣ ਵਾਲੀ ਹੈ। ਹੋਰ ਹਉਮੈ ਚਖਣਾ ਝਾਖ, ਹੋਰ ਜਿਹੜਾ ਹਉਮੈ ਦੇ ਸਿਰ ਸੰਸਾਰ ਦੇ ਜਿਹੜਾ ਬੋਲ ਬਾਲਾ ਕਰਨਾ ਉਹ ਤਾਂ ਕੇਵਲ ਝਖਾ ਹੀ ਹੈ। ਉਹ ਤਾਂ ਜਿਵੇਂ ਕੋਈ ਝਖਾ ਮਾਰਦਾ ਨਾ ਅਜਾਈਂ ਬੋਲੀ ਜਾਂਦਾ, ਅਜੋਗ ਸ਼ਬਦ ਬੋਲਦਾ ਰਹਿੰਦਾ, ਜਿਨ੍ਹਾਂ ਦਾ ਕੋਈ ਵੀ ਲਾਭ ਨਹੀਂ ਜੀਵਨ ਅੰਦਰ, ਕੋਈ ਵੀ ਫਾਇਦਾ ਨਹੀਂ ਹੈ, ਕੋਈ ਮਤਲਬ ਹੀ ਨਹੀਂ ਹੈ, ਅਕਾਰਣੀ ਅਜਾਈਂ ਅਜੋਗ ਹੀ ਲਫ਼ਜ਼ ਬੋਲਦਾ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਝਖਾ ਹੀ ਹਨ ਸੰਸਾਰ ਦੇ ਅੰਦਰ। ਇਹ ਸਾਧ ਸੰਗਤ ਜੀ ਪਹਿਲਾ ਅਰਥ ਹੈ
ਤੇ ਦੂਜਾ ਜਿਹੜਾ ਮਾਗੀ ਧਨ ਦਾ ਹੰਕਾਰ ਕਰਨਾ ਕਿ ਹਰ ਸਮੇਂ ਵਿਦਿਆ ਪੜ੍ਹਨੀ ਪਰ ਪੈਸੇ ਵਾਸਤੇ, ਕੇਵਲ ਪੈਸਾ ਹੀ ਮੁੱਖ ਰੱਖਣਾ, ਕੋਈ ਮਨ ਵਿੱਚ ਭਾਵਨਾ ਨਹੀਂ, ਕੋਈ ਵਾਹਿਗੁਰੂ ਦੀ ਪ੍ਰਾਪਤੀ ਦੀ ਮਨ ਵਿੱਚ ਇੱਛਾ ਨਹੀਂ। ਹਜੂਰ ਬਖਸ਼ਿਸ਼ ਕਰਦੇ ਆ। ਦੂਸਰੇ ਅਰਥ ਵਿੱਚ ਫਿਰ ਆਰੰਭ ਤੋਂ ਪੜੋ ਜੀ। ਸ਼ਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਹੇ ਪ੍ਰਾਣਾਧਾਰੀ ਜੀਵ, ਜੋ ਵਿਦਿਆ ਨੂੰ ਪੜ ਪੜ ਕਰਕੇ ਫਿਰ ਪੈਸਾ ਇੰਨਾ ਧਨ ਇਕੱਠਾ ਕਰ ਲੈਣਾ ਕਿ ਗੱਡਿਆਂ ਦੇ ਗੱਡੇ ਲੱਦ ਲੈਣੇ, ਇੰਨਾ ਧਨੀ ਬਣ ਜਾਣਾ। ਵਿਦਿਆ ਪੜ ਕਰਕੇ ਬਹੁਤੇ ਪੈਸੇ ਇਕੱਤਰ ਕਰ ਕਰਕੇ ਗੱਡੇ ਲੱਦ ਲੈਂਦਾ ਹੈ। ਪੜ ਪੜ ਭਰੀ ਹੈ ਸਾਥ। ਤੇ ਫਿਰ ਇਹ ਵਿਦਿਆ ਦੁਆਰਾ ਵਿਦਿਆ ਪੜ ਪੜ ਕਰਕੇ ਇੰਨਾ ਪੈਸਾ ਇਕੱਠਾ ਕਰ ਲਵੇ ਕਿ ਜਿਹੜੇ ਸਾਥ ਹੈ ਨਾ ਊਠਾਂ ਦੇ ਉੱਪਰ ਵੀ ਸੰਦੂਕ ਭਰ ਭਰ ਕੇ ਬਹੁਤੇ ਐਨ ਸਾਜੋ ਸਮਾਨ ਬਹੁਤੇ ਧਨ ਨੂੰ ਲੱਦ ਲਵੇ। ਪੜ ਪੜ ਬੇੜੀ ਪਾਈ ਹੈ। ਹਜੂਰ ਕਹਿੰਦੇ ਹਨ ਵਿਦਿਆ ਪੜ ਪੜ ਕਰਕੇ ਫਿਰ ਬੇੜੀਆਂ ਦੇ ਭਾਰ ਲੱਦ ਲੈਂਦਾ, ਬਹੁਤ ਸਾਰਾ ਧਨ ਇਕੱਤਰ ਕਰ ਕਰਕੇ ਲੱਦ ਲੈਂਦਾ ਹੈ। ਪੜ ਪੜ ਗੱਡੀ ਹੈ ਖਾਤ। ਤੇ ਫਿਰ ਖਾਤ ਨਾਮ ਸਤ ਸੰਗਤ ਜੀ ਟੋਏ ਦਾ ਭਾਵ ਕਈ ਤਾਂ ਖਜ਼ਾਨਿਆਂ ਨੂੰ ਧਰਤੀ ਦੇ ਵਿੱਚ ਦੱਬ ਦਿੰਦੇ ਹਨ ਬਹੁਤਾ ਪੈਸਾ ਇਕੱਠਾ ਕਰ ਕਰਕੇ, ਤੇ ਖਾਦ ਜਾਂ ਫਿਰ ਆਪਣੇ ਖਾਤੇ ਖੁਲਾ ਕਰਕੇ ਬੈਂਕਾਂ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਧਨ ਇਕੱਠਾ ਕਰ ਲੈਣਾ। ਪੜੀ ਹੈ ਜੇਤੇ ਵਰਸ ਵਰਸ। ਤੇ ਹਜੂਰ ਕਹਿੰਦੇ ਹਨ ਕਿ ਜਿੰਨੇ ਵੀ ਜ਼ਿੰਦਗੀ ਦੇ ਸਾਲ ਹੈ, ਸਾਲਾਂ ਬੱਧੀ ਪੜ ਕਰਕੇ ਮਹਾਰਾਜ ਕਹਿੰਦੇ ਬਰਸ ਜਿਵੇਂ ਮੀਂਹ ਪੈਂਦਾ ਨਾ ਇਵੇਂ ਪੈਸਿਆਂ ਦੀ ਵਰਖਾ ਹੀ ਕਰ ਦੇਣੀ, ਇੰਨੀ ਝੜੀ ਲੱਗ ਜਾਵੇ। ਪੜੀ ਹੈ ਜੇਤੇ ਮਾਸ। ਤੇ ਹਜੂਰ ਉਚਾਰਨ ਕਰਦੇ ਹਨ ਕਿ ਮਾਸ ਮਹੀਨੇ, ਜਿੰਨੇ ਮਹੀਨੇ ਉਹਨਾਂ ਦੇ ਵਿੱਚ ਵੀ ਵਿਦਿਆ ਪੜ ਪੜ ਕਰਕੇ ਇਕੱਠੀ ਕਰੀ ਜਾਂਦਾ ਹੈ, ਬਹੁਤੇ ਧਨ ਇਕੱਤਰ ਕਰੀ ਜਾਂਦਾ ਹੈ। ਪੜੀ ਹੈ ਜੇਤੀ ਆਰਜਾ। ਫਿਰ ਜਿੰਨੀ ਆਰਬਲਾ ਪ੍ਰਮਾਤਮਾ ਨੇ ਬਖਸ਼ੀ ਹੈ, ਜ਼ਿੰਦਗੀ ਭਰ ਕੇਵਲ ਪੈਸੇ ਨੂੰ ਮੁੱਖ ਰੱਖ ਕੇ ਹੀ ਵਿਦਿਆ ਪੜ੍ਹਦਾ ਹੈ। ਪੜੀ ਹੈ ਜੇਤੇ ਸਾਸ। ਤੇ ਜਿੰਨੇ ਸਵਾਸ ਹੈ, ਹਰ ਇੱਕ ਸਵਾਸ ਦੇ ਨਾਲ ਵਿਦਿਆ ਦੇ ਨਾਲ ਨਾਲ ਪੈਸੇ ਨੂੰ ਚੇਤੇ ਕਰਦਾ ਹੈ ਕਿ ਮੈਂ ਇੰਨੀ ਵਿਦਿਆ ਪੜ੍ਹਦੇ ਇੰਨੀ ਕਮਾਈ ਕਰਾਂਗਾ, ਇੰਨੇ ਪੈਸੇ ਕਮਾਵਾਂਗਾ। ਪਰ ਪਰਮੇਸ਼ਰ ਦੇ ਨਾਮ ਰੂਪ ਧਨ ਨੂੰ ਖੱਟਣ ਦੇ ਵਾਸਤੇ ਕਦਾਚਿਤ ਵੀ ਕੋਈ ਫੁਰਨਾ ਤੱਕ ਵੀ ਫੁਰਦਾ ਨਹੀਂ ਹੈ। ਪਰਮਾਤਮਾ ਨੇ ਕਦੇ ਵੀ ਚੇਤੇ ਆਉਂਦਾ, ਅਕਾਲ ਪੁਰਖ ਵਾਹਿਗੁਰੂ ਦੀ ਯਾਦ ਤਾਂ ਕਦਾਚਿਤ ਵੀ ਹਿਰਦੇ ਵਿੱਚ ਆਉਂਦੀ ਨਹੀਂ ਹੈ। ਪਰ ਮਹਾਰਾਜ ਕਹਿੰਦੇ ਜਿੰਨੇ ਸਵਾਸ ਹੈ ਨਾ, ਹਰ ਇੱਕ ਸਵਾਸ ਦੇ ਨਾਲ ਫਿਰ ਮਾਇਆ ਹੀ ਚੇਤੇ ਕਰਦਾ ਰਹਿੰਦਾ ਹੈ। ਨਾਨਕ ਲੇਖੈ ਇੱਕ ਗੱਲ। ਪਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਇਹ ਸਭ ਸੰਸਾਰ ਦੇ ਧਨ ਪਦਾਰਥਾਂ ਤੋਂ ਚਿਤ ਬਿਰਤੀ ਉਪਰਾਮ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਦੀ ਜੋ ਗੱਲ ਕਰਨੀ ਹੈ ਨਾ, ਕਿ ਮਹਾਰਾਜ ਕਦੋਂ ਸੁਭਾਗਾ ਸਮਾਂ ਆਵੇਗਾ ਜਦੋਂ ਆਪ ਜੀ ਦੇ ਸਰੂਪ ਦੀ ਮੈਨੂੰ ਪ੍ਰਾਪਤੀ ਹੋਵੇਗੀ। ਹੇ ਗਰੀਬ ਨਵਾਜ, ਆਪ ਜੀ ਦੇ ਪ੍ਰਤੱਖ ਸਾਖਸ਼ਾਤ ਰੂਪ ਦੇ ਵਿੱਚ ਮੈਨੂੰ ਦਰਸ਼ਨ ਪ੍ਰਾਪਤ ਹੋਣਗੇ, ਉਹ ਕਦੋਂ ਮਹਾਰਾਜ ਸੁਭਾਗਾ ਸਮਾਂ ਆਵੇਗਾ। ਮਹਾਰਾਜ ਕਹਿੰਦੇ ਪਰਮੇਸ਼ਰ ਦੀ ਪ੍ਰਾਪਤੀ ਦੀ ਜਿਹੜੀ ਗੱਲ ਹੈ ਨਾ, ਹੇ ਜੀਵ, ਇਹੋ ਲੇਖੇ ਵਿੱਚ ਪੈਣ ਵਾਲੀ ਹੈ, ਇਹੋ ਲੋਕ ਪਰਲੋਕ ਸੁਹੇਲੇ ਦੇ ਲੇਖੇ ਵਿੱਚ ਪਵੇਗੀ। ਹੋਰ ਹਮੈ ਝਖਣਾ ਝਾਖ। ਤੇ ਹੋਰ ਜਿੰਨੀਆਂ ਵੀ ਸੰਸਾਰ ਦੀਆਂ ਗੱਲਾਂ ਬਾਤਾਂ ਨੇ ਕਿ ਇੰਨੇ ਸਮੇਂ ਵਿੱਚ ਮੈਂ ਇੰਨਾ ਪਦਾਰਥ ਇੰਨੇ ਧਨ ਇਕੱਠੇ ਕਰ ਲਏ ਆ, ਮੈਂ ਇੰਨਾ ਧਨ ਇਕੱਠਾ ਕਰ ਲਵਾਂਗਾ ਜਾਂ ਕਿਸੇ ਤੋਂ ਕਰਵਾ ਲਵਾਂਗਾ, ਇਸ ਪ੍ਰਕਾਰ ਕਈ ਪ੍ਰਕਾਰ ਦੀਆਂ ਮਹਾਰਾਜ ਕਹਿੰਦੇ ਜਿਹੜੀਆਂ ਗੱਲਾਂ ਕਰਦਾ ਹੈ ਨਾ ਹੰਕਾਰ ਦੇ ਵਿੱਚ, ਪਰਮੇਸ਼ਰ ਨੂੰ ਭੁਲਾ ਕੇ ਕੇਵਲ ਧਨ ਦੇ ਵਿੱਚ ਹੀ ਚਿੱਤ ਜੋੜੀ ਬੈਠਾ ਹੈ। ਇਹ ਜਾਣ ਕੇ ਕੇਵਲ ਝਖਾ ਮਾਰਨ ਦੀ ਤਰ੍ਹਾਂ ਹੈ। ਇਹ ਦੁਨਿਆਵੀ ਕੇਵਲ ਝਖਾ ਹੀ ਹੈ, ਇਹ ਕਿਸੇ ਲੇਖੇ ਵਿੱਚ ਪੈਣ ਵਾਲੀਆਂ ਨਹੀਂ ਹਨ। ਤੇ ਹਜੂਰ ਹੁਣ ਮਹਾਰਾਜ ਸੱਚੇ ਪਾਤਸ਼ਾਹ ਜਗਿਆਸੂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਜਿਸ ਹਿਰਦੇ ਅੰਦਰ ਪਰਮੇਸ਼ਰ ਦੀ ਪ੍ਰਾਪਤੀ ਦੀ ਇੱਛਾ ਹੈ, ਮਨ ਵਿੱਚ ਆਸ ਜਾਗੀ ਹੈ ਕਿ ਵਾਹਿਗੁਰੂ ਜੀ ਦੇ ਸਰੂਪ ਦੀ ਮੈਨੂੰ ਪ੍ਰਾਪਤੀ ਹੋ ਜਾਵੇ, ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ, ਫਿਰ ਆਰੰਭ ਤੋਂ ਪੜੋ ਜੀ। ਸ਼ਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ
ਹਜੂਰ ਕਹਿੰਦੇ ਹਨ, ਹੈ ਜੀਵ ਜਿਹੜੀ ਦੁਨਿਆਵੀ ਵਿਦਿਆ ਪੜ ਪੜ ਕੇ ਮਨ ਰੂਪ ਗੱਡੇ ਤੇ ਜਿਹੜਾ ਹੰਕਾਰ ਲੱਦ ਲੈਣਾ ਕੀਤਾ ਹੈ, ਮਹਾਰਾਜ ਕਹਿੰਦੇ ਹੰਕਾਰ ਹੀ ਆਪਣੇ ਮਨ ਰੂਪ ਗੱਡੇ ਤੇ ਲੱਦਿਆ ਹੈ। ਪੜ ਪੜ ਭਰੀ ਹੈ ਸਾਥ, ਤੇ ਫਿਰ ਇਸੇ ਪ੍ਰਕਾਰ ਹਿਰਦੇ ਦੇ ਅੰਦਰ ਜਿਹੜਾ ਵਿਕਾਰਾਂ ਦਾ ਸਾਥ ਹੀ ਤੂੰ ਲੱਦਿਆ ਹੋਇਆ ਹੈ। ਕਦੇ ਕੋਈ ਔਗਣ ਹੈ, ਕਿਧਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਸ਼ਬਦ ਸਪਰਸ਼ ਰੂਪ ਰਸ ਗੰਧ, ਕਿਤੇ ਵਿਸ਼ਿਆਂ ਦਾ ਭਾਰ, ਕਿਤੇ ਵਿਕਾਰਾਂ ਦਾ ਭਾਰ, ਕਿਤੇ ਔਗਣਾਂ ਦਾ ਭਾਰ ਮਹਾਰਾਜ ਕਹਿੰਦੇ ਸਾਥ ਬਣਾ ਕਰਕੇ ਲੱਦੇ ਹੋਏ ਹਨ। ਪੜ ਪੜ ਬੇੜੀ ਪਾਈ ਹੈ, ਔਰ ਇਸੇ ਪ੍ਰਕਾਰ ਹਜੂਰ ਨੇ ਉਚਾਰਨ ਕੀਤਾ ਹੈ, ਪੜ ਪੜ ਬੇੜੀ ਪਾਈ ਹੈ। ਕਹਿੰਦੇ ਹਨ ਕਿ ਇਹ ਪ੍ਰਾਣਾ ਧਾਰੀ ਜੀਵ, ਅਸਲ ਦੇ ਵਿੱਚ ਤਾਂ ਤੈਨੂੰ ਇਹ ਜੀਵਨ ਦੇ ਵਿੱਚ ਚਾਹੀਦਾ ਸੀ ਕਿ ਜਿਹੜੀ ਭਗਤੀ ਰੂ ਬੇੜੀ ਹੈ ਨਾ, ਇਹਦੇ ਵਿੱਚ ਆਪਣੇ ਚਿੱਤ ਰੂਪ ਜੀਵ ਨੂੰ ਪਾਉਣਾ ਚਾਹੀਦਾ ਸੀ। ਭਗਤੀ ਰੂ ਬੇੜੀ ਦੇ ਵਿੱਚ ਆਸਾ ਤ੍ਰਿਸ਼ਨਾ ਦੇ ਵਿੱਚੋਂ ਪਾਰ ਹੋਣ ਵਾਸਤੇ, ਆਸਾ ਤ੍ਰਿਸ਼ਨਾ ਦੀ ਨਦੀ ਤੋਂ ਪਾਰ ਹੋਣ ਦੇ ਵਾਸਤੇ ਭਗਤੀ ਰੂ ਬੇੜੀ ਵਿੱਚ ਤੈਨੂੰ ਅਸਵਾਰ ਹੋਣਾ ਚਾਹੀਦਾ ਸੀ। ਪੜ ਪੜ ਗੱਡੀ ਹੈ ਖਾਤ, ਤੇ ਹਜੂਰ ਕਹਿੰਦੇ ਹਨ ਕਿ ਜਿਹੜਾ ਵਿਦਿਆ ਪੜ ਪੜ ਕਰਕੇ ਮਨ ਵਿੱਚ ਹੰਕਾਰ ਕੀਤਾ ਹੈ ਨਾ, ਖਾਤ ਵਿਕਾਰਾਂ ਰੂਪੀ ਟੋਏ ਦੇ ਵਿੱਚ ਤੇਰਾ ਮਨ ਪਿਆ ਰਹਿੰਦਾ ਹੈ। ਹਰ ਸਮੇਂ ਵਿਕਾਰਾਂ ਦੇ ਟੋਏ ਦੇ ਵਿੱਚ, ਖਾਤੇ ਦੇ ਵਿੱਚ ਹੀ ਹਰ ਸਮੇਂ ਲੱਗਾ ਰਹਿੰਦਾ ਹੈ। ਪੜੀ ਹੈ ਜੇਤੇ ਵਰਸ ਵਰਸ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨੇ ਵੀ ਇਹ ਜ਼ਿੰਦਗੀ ਦੇ ਵਰਸੇ ਹੈ ਨਾ, ਭਾਵ ਜ਼ਿੰਦਗੀ ਦੇ ਜਿੰਨੇ ਵੀ ਸਾਲ ਪ੍ਰਮਾਤਮਾ ਨੇ ਜੀਵਨ ਬਖਸ਼ਿਆ, ਇਹਨਾਂ ਦੇ ਵਿੱਚ ਵਿਦਿਆ ਪੜ੍ਹ ਕਰਕੇ ਉਹਦਾ ਹੰਕਾਰ ਕੀਤਾ। ਪੜ੍ਹੀ ਇਹ ਜੇਤੇ ਬਰਸ ਬਰਸ, ਔਰ ਇਸੇ ਪ੍ਰਕਾਰ ਹੈ ਤਾਂ ਬ ਰਸ ਬੇਰਸ ਹੀ ਹੈ ਨਾ, ਸੰਸਾਰ ਦੇ ਜਿਹੜੇ ਰਸ ਹੈ, ਪਰ ਉਹਨਾਂ ਨੂੰ ਬੜਾ ਰਸਦਾਇਕ ਮੰਨਦਾ ਹੈ, ਬੜਾ ਉਹਨਾਂ ਨੂੰ ਵਿਸ਼ੇ ਸੁੱਖਾਂ ਦੇ ਵਿੱਚ ਮਨ ਪਰਚਾ ਕੇ ਰੱਖਦਾ ਹੈ। ਪਰ ਮਹਾਰਾਜ ਕਹਿੰਦੇ ਹੈ ਬੇਸਵਾਦੇ ਹੈ, ਕੋਈ ਰਸ ਨਹੀਂ ਇਹਨਾਂ ਸੰਸਾਰ ਦੇ ਵਿਕਾਰਾਂ ਦੇ ਅੰਦਰ, ਵਿਸ਼ਿਆਂ ਦਾ, ਵਿਕਾਰਾਂ ਦਾ, ਔਗਣਾ ਭਰੇ ਕਰਮਾਂ ਦਾ, ਇਹਨਾਂ ਦਾ ਰਸ ਅਸਲ ਦੇ ਵਿੱਚ ਕੋਈ ਵੀ ਨਹੀਂ ਹੈ। ਪਰ ਮਹਾਰਾਜ ਕਹਿੰਦੇ ਬੇਸਮਝ ਹੋਣੇ ਕਰਕੇ ਇਹਨਾਂ ਦੇ ਵਿੱਚ ਮਨ ਪਰਚਾ ਕੇ ਰੱਖਦਾ ਕਿ ਬੜਾ ਰਸ ਹੈ, ਬੜਾ ਆਨੰਦ ਹੈ ਜੀ ਵਿਸ਼ਿਆਂ ਨੂੰ, ਵਿਕਾਰਾਂ ਨੂੰ ਭੋਗਣ ਦਾ। ਪੜ੍ਹੀ ਇਹ ਜੇਤੇ ਬਰਸ ਬਰਸ, ਹੈ ਸਾਰੇ ਬੇਰਸੇ ਹੈ, ਬੇਸਵਾਦੇ ਹੈ, ਕੋਈ ਸਵਾਦ ਨਹੀਂ ਇਹਨਾਂ ਦਾ। ਪਰ ਮਹਾਰਾਜ ਕਹਿੰਦੇ ਇਹ ਮਤ ਤੇ ਪੜਦਾ ਪੈਣੇ ਕਰਕੇ ਸਮਝੀ ਬੈਠਾ ਕਿ ਬੜੇ ਰਸਦਾਇਕ ਹਨ। ਔਰ ਇਸੇ ਪ੍ਰਕਾਰ ਹਜੂਰ ਕਹਿੰਦੇ ਹਨ, ਹੈ ਜੀਵ ਪੜ ਪੜ ਗੱਡੀ ਲੱਦੀ ਹੈ, ਪੜ ਪੜ ਗੱਡੀ ਲੱਦੀ ਹੈ। ਕਹਿੰਦੇ ਹਨ ਕਿ ਜਿਹੜੀ ਵਿਕਾਰਾਂ ਦੀ ਗੱਡੀ ਲੱਦੀ ਹੋਈ ਨਾ, ਪੜਦਾ ਪਿਆ ਹੋਇਆ ਤੇਰੀ ਮੱਤ ਤੇ ਪੜਦਾ ਹੈ। ਸੰਸਾਰ ਦੇ ਅੰਦਰ ਵਿਦਿਆ ਦਾ ਪੜ ਕੇ ਮਾਣ ਕਰਨਾ ਵੀ ਇੱਕ ਪੜਦਾ ਹੈ, ਪੜ ਇਹਨੂੰ ਪਾੜ ਦੇਣਾ ਕਰ। ਜਿੰਨੀ ਦੇਰ ਤੱਕ ਇਹ ਵਿਕਾਰਾਂ ਦਾ ਪੜਦਾ ਪਾੜੇਗਾ ਨਹੀਂ, ਉਦੋਂ ਤੱਕ ਪਰਮਾਤਮਾ ਦੇ ਦੀਦਾਰ ਨਹੀਂ ਕਦਾਚਿਤ ਵੀ ਕਰ ਸਕੇਗਾ। ਕਿਉਂਕਿ ਇੱਕ ਪੜਦਾ ਹੀ ਪਿਆ ਹੋਇਆ ਨਾ ਮੱਤ ਤੇ, ਕਿਸੇ ਦੀ ਮੱਤ ਤੇ ਭਰਮ ਦਾ ਪੜਦਾ ਪਿਆ, ਕਿਸੇ ਦੀ ਮੱਤ ਤੇ ਅਗਿਆਨ ਦਾ ਪੜਦਾ ਪਿਆ, ਕਿਸੇ ਦੀ ਮੱਤ ਤੇ ਹਉਮੈ ਦਾ ਪੜਦਾ ਪਿਆ। ਮਹਾਰਾਜ ਕਹਿੰਦੇ ਸਾਰੇ ਵਿਕਾਰਾਂ ਦੇ ਪੜਦੇ ਹੀ ਹੈ। ਇਸ ਪੜਦੇ ਨੂੰ ਜਿੰਨਾ ਚਿਰ ਤੂੰ ਪਾੜਦਾ ਨਹੀਂ ਹੈ, ਉਹਨਾਂ ਚਿਰ ਵਾਹਿਗੁਰੂ ਦੇ ਸਰੂਪ ਨੂੰ ਸਾਖਸ਼ਾਤ ਨਹੀਂ ਕਦਾਚਿਤ ਵੀ ਕਰ ਸਕੇਗਾ। ਇਸ ਲਈ ਮਹਾਰਾਜ ਹਜੂਰ ਕਹਿੰਦੇ ਹਨ, ਪੜ ਪੜ ਗੱਡੀ ਲੱਦੀ ਹੈ। ਕਹਿੰਦੇ ਜਿਹੜੇ ਵਿਕਾਰਾਂ ਦਾ ਜਾਂ ਹੰਕਾਰ ਦੇ ਗੱਡੇ ਲੱਦੇ ਹੋਏ ਪੜਦਾ ਪਿਆ, ਇਹਨੂੰ ਪਾੜ ਦੇਣਾ ਕਰ। ਪੜ ਪੜ ਗੱਡੀ ਇਹ ਖਾਤ। ਔਰ ਇਸੇ ਪ੍ਰਕਾਰ ਕਿੰਨੇ ਕਿੰਨੇ ਤੂੰ ਸਾਥ ਬਣਾਏ ਹੋਏ ਆ ਔਗਣਾਂ ਦੇ, ਕਦੇ ਕਿਸੇ ਦੇ ਔਗਣ ਦੇ ਨਾਲ ਸਾਥ ਬਣਾ ਲੈਂਦਾ, ਕਦੇ ਕਿਸੇ ਔਗਣ ਦੇ ਨਾਲ ਸਾਥ ਬਣਾ ਕੇ ਪਾਪ ਕਰਮ ਕਰਦਾ। ਮਹਾਰਾਜ ਕਹਿੰਦੇ ਵੀ ਇੱਕ ਪੜਦਾ ਹੀ ਪਿਆ ਹੋਇਆ ਹੈ। ਇਹ ਪੜਦਾ ਪੈਣੇ ਕਰਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੈਨੂੰ ਦਿਸਦਾ ਨਹੀਂ ਹੈ। ਔਰ ਇਸ ਕਰਕੇ ਮਹਾਰਾਜ ਕਹਿੰਦੇ ਇਸ ਪੜਦੇ ਨੂੰ ਵੀ ਪਾੜ ਦੇਣਾ ਕਰ। ਇਸ ਪੜਦੇ ਨੂੰ ਵੀ ਪਾੜ ਦੇ ਤਾਂ ਹੀ ਵਾਹਿਗੁਰੂ ਦੇ ਦੀਦਾਰ ਕਰ ਸਕੇਗਾ। ਤੇ ਹਜੂਰ ਨੇ ਉਚਾਰਨ ਕੀਤਾ ਕਿ ਇਹ ਜਿੰਨੇ ਵੀ ਸੰਸਾਰ ਦੇ ਰਾਸੇ ਹੈ ਨਾ, ਮਹਾਰਾਜ ਕਹਿੰਦੇ ਹਨ ਇਹ ਤੁਸ਼ ਮਾਤਰ ਦੇ ਸਮੇਂ ਲਈ ਹੈ। ਪੜੀ ਇਹ ਜੇਤੇ ਬਰਸ ਬਰਸ। ਮਹਾਰਾਜ ਕਹਿੰਦੇ ਬੇਰਸੇ ਹੈ, ਭਾਵੇਂ ਜਿੰਨਾ ਚਿਰ ਮਰਜੀ ਇਸ ਸੰਸਾਰ ਦੇ ਵਿਕਾਰਾਂ ਭਰੀ ਜ਼ਿੰਦਗੀ ਨੂੰ ਜਿਉ ਲਵੇ। ਹੰਕਾਰ ਕਰ ਕਰਕੇ ਪੜ ਕੇ ਬੜਾ ਰਸਾਂ ਨੂੰ ਮਾਨਣ ਦਾ ਯਤਨ ਕਰਦਾ,
ਪਰ ਬਰਸ ਬੇਰਸ ਹੈ। ਮਹਾਰਾਜ ਕਹਿੰਦੇ ਕੋਈ ਵੀ ਇਹਨਾਂ ਦਾ ਸਵਾਦ ਨਹੀਂ ਹੈ। ਪੜੀਐ ਹੈ ਜੇਤੇ ਮਾਸ ਔਰ ਇਸ ਪ੍ਰਕਾਰ ਮਾਸ ਜਿਹੜਾ ਕਦੇ ਸ਼ਰੀਰਾਂ ਦਾ ਮਾਸ ਮੋਹ ਕਰਦਾ ਰਹਿੰਦਾ, ਵਿਦਿਆ ਪੜ੍ਹ ਕਰਕੇ ਹੰਕਾਰ ਤੇ ਕਰਦਾ ਹੀ ਹੈ, ਫਿਰ ਸ਼ਰੀਰਾਂ ਦਾ ਮੋਹ ਵੀ ਬੜਾ ਕਰਦਾ। ਮਹਾਰਾਜ ਕਹਿੰਦੇ ਮਾਸ ਜਿਹੜਾ ਸ਼ਰੀਰਾਂ ਦਾ ਮੋਹ ਕਰਦਾ ਹੈ, ਇਹਨੂੰ ਵੀ ਪਾੜ ਦੇਣਾ ਕਰ। ਇਹ ਵੀ ਇੱਕ ਪੜਦਾ ਪਿਆ ਹੋਇਆ ਤੇਰੀ ਮੱਤ ਤੇ। ਮੋਹ ਰੂਪੀ ਕਨਾਤ ਕਹਿੰਦੇ ਤੇਰੀ ਮੱਤ ਤੇ ਤਾਣੀ ਹੋਈ, ਜਿਸ ਕਰਕੇ ਰੱਬ ਦਿਸਦਾ ਨਹੀਂ ਹੈ। ਸੇਜ ਏਕ ਪੈ ਮਿਲਨ ਦੁਹੇਰਾ, ਆਤਮਾ ਅਤੇ ਪਰਮਾਤਮਾ ਦੀ ਇੱਕੋ ਹੀ ਸੇਜਾ ਹੈ। ਪਰ ਮਹਾਰਾਜ ਕਹਿੰਦੇ ਮੱਤ ਤੇ ਪੜਦੇ ਹੀ ਪਏ ਹੋਏ ਆ ਨਾ। ਕਿਸੇ ਦੇ ਹੰਕਾਰ ਦਾ ਪੜਦਾ, ਕਿਸੇ ਦੇ ਅਗਿਆਨ ਦਾ, ਕਿਸੇ ਦੇ ਮੋਹ ਦਾ, ਕਿਸੇ ਦੇ ਇਹ ਭਰਮ ਦਾ ਪੜਦਾ ਪਿਆ। ਇਹਨਾਂ ਪੜਦਿਆਂ ਪੈਣੇ ਕਰਕੇ ਪਰਮਾਤਮਾ ਦਿਸਦਾ ਨਹੀਂ ਹੈ। ਭਾਵੇਂ ਇੱਕੋ ਥਾਂ ਤੇ ਆਤਮਾ ਤੇ ਪਰਮਾਤਮਾ ਵਸਦੇ ਆ, ਪਰ ਮਿਲਾਪ ਨਹੀਂ ਹੁੰਦਾ ਪਿਆ। ਇਹਨਾਂ ਪੜਦਿਆਂ ਦੇ ਕਰਕੇ ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਲ ਮੇਲ ਹੀ ਨਹੀਂ ਹੁੰਦਾ ਪਿਆ। ਇਸ ਕਰਕੇ ਕਹਿੰਦੇ ਜਿਹੜਾ ਮੋਹ ਰੂਪੀ ਪੜਦਾ ਪਿਆ ਹੈ, ਹੇ ਜੀਵ ਇਹਨੂੰ ਵੀ ਪਾੜ ਦੇਣਾ ਕਰ। ਪੜੀਐ ਜੇਤੀ ਆਰਜਾ। ਔਰ ਗਰੀਬ ਨਵਾਜ ਮਹਾਰਾਜ ਕਹਿੰਦੇ ਜਿਹੜਾ ਆਰਜਾ ਆਪਣੇ ਆਪ ਨੂੰ ਸੁੰਦਰ ਸਮਝਣਾ ਹੈ ਨਾ, ਆਰਜਾ ਨਾਮ ਸੁੰਦਰਤਾ ਦਾ ਹੈ। ਸਾਧ ਸੰਗਤ ਜੀ, ਇਹ ਵੀ ਇੱਕ ਮੱਤ ਤੇ ਪੜਦਾ ਹੀ ਹੈ। ਆਪਣੀ ਸੁੰਦਰਤਾ ਦਾ ਮਾਣ ਕਰਦੇ ਰਹਿਣਾ ਕਿ ਮੇਰਾ ਸਰੂਪ ਬੜਾ ਸੋਹਣਾ ਰੱਬ ਨੇ ਬਣਾਇਆ, ਮੇਰੀ ਸੁੰਦਰਤਾ ਹੈ, ਕਿੰਨਾ ਸੁਹਾਪਣ ਮੈਨੂੰ ਰੱਬ ਨੇ ਦਿੱਤਾ ਹੈ, ਇਹਦਾ ਹੀ ਮਾਣ ਕਰਦੇ ਰਹਿਣਾ। ਇਹ ਸੁੰਦਰਤਾ ਦਾ ਹੈ। ਮਹਾਰਾਜ ਕਹਿੰਦੇ ਚਿੱਟੇ ਚੰਮ ਦਾ ਜਿਹੜਾ ਮਾਣ ਕਰਦਾ ਰਹਿੰਦਾ, ਇਹ ਵੀ ਇੱਕ ਪੜਦਾ ਹੈ। ਇਹ ਵੀ ਪਰਮੇਸ਼ਰ ਦੀ ਪ੍ਰਾਪਤੀ ਦੇ ਵਿੱਚ ਇੱਕ ਰੁਕਾਵਟ ਹੈ, ਪੜਦਾ। ਇਹਦੇ ਕਰਕੇ ਵੀ ਮਹਾਰਾਜ ਕਹਿੰਦੇ ਪਰਮਾਤਮਾ ਨਹੀਂ ਦਿਸਦਾ। ਪੜੀ ਹੈ ਜੇਤੀ ਆਰਜਾ। ਇਹ ਜਿੰਨੀ ਵੀ ਸੁੰਦਰਤਾ ਹੈ ਨਾ, ਉਹਦੇ ਕਰਕੇ ਕਹਿੰਦੇ ਵੀ ਹੰਕਾਰ ਹੀ ਕਰਦਾ ਰਹਿੰਦਾ। ਮਹਾਰਾਜ ਕਹਿੰਦੇ ਪੜੀਏ ਇਹਨੂੰ ਵੀ ਪਾੜ ਦੇ। ਇਹ ਜਿਹੜਾ ਸੁੰਦਰਤਾ ਦਾ ਮਾਣ ਕਰਨਾ ਹੈ, ਇਹ ਮਹਾਰਾਜ ਸੱਚੇ ਪਾਤਸ਼ਾਹੀ ਦੇ ਉਪਦੇਸ਼ ਦੁਆਰਾ ਇਸ ਪੜਦੇ ਨੂੰ ਮਿਲਾ ਦੇ, ਪਾੜ ਦੇ ਨਾ ਕਰ। ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਸਿੱਖਿਆ ਪ੍ਰਾਪਤ ਕਰਕੇ ਕਿ ਇਹ ਸਰੀਰ ਦੇ ਵਿੱਚ ਹੈ ਕੀ ਹੈ। ਹਜੂਰ ਨੇ ਉਚਾਰਨ ਕੀਤਾ ਨਾ, ਕਹਿੰਦੇ ਹਨ ਕਿ ਚਾਮੇ ਹੈ, ਇਹਦੇ ਅੰਦਰ ਹੱਡੀਆਂ ਨੇ, ਮਿੱਝ ਹੈ, ਖੂਨ ਹੈ ਤੇ ਗੰਦਗੀ। ਇਹਦੇ ਨਾਲ ਵੱਧ ਕੇ ਸਰੀਰ ਦੇ ਵਿੱਚ ਹੈ ਕੀ ਹੈ ਜਿਹਦਾ ਤੂੰ ਮਾਣ ਕਰਦਾ। ਤੇ ਪ੍ਰਮਾਤਮਾ ਨੇ ਉੱਤੇ ਚਮੜੀ ਦਾ ਚੰਮ ਦਾ ਪੋਚਾ ਦੇ ਮਾਰਿਆ, ਕਿਤੇ ਤੇ ਸੌਲੇ ਰੰਗ ਦਾ, ਕਿਸੇ ਦੇ ਕਾਲੇ ਰੰਗ ਦਾ ਪੋਚਾ ਮਾਰਤਾ, ਤੇ ਚੰਮ ਦਾ ਕਿਸੇ ਤੇ ਗੋਰੇ ਰੰਗ ਦਾ, ਚਿੱਟੇ ਰੰਗ ਦਾ ਪੋਚਾ ਮਾਰਤਾ ਹੈ। ਇਹ ਬਾਹਰੋਂ ਲੇਪ ਕੀਤਾ ਹੋਇਆ ਪੋਚਾ, ਇਹਦੇ ਅੰਦਰ ਕੁਝ ਨਹੀਂ ਹੈ, ਗੰਦਗੀ ਜਿਹਦਾ ਤੂੰ ਮਾਣ ਕਰਦਾ, ਜਿਹਦਾ ਤੂੰ ਹੰਕਾਰ ਕਰਦਾ। ਤੇ ਸਾਧ ਸੰਗਤ ਜੀ, ਸਰੀਰ ਦੇ ਉੱਪਰ ਕੋਈ ਜ਼ਖਮ ਬਣ ਜਾਵੇ ਨਾ, ਫੱਟ ਲੱਗ ਜਾਵੇ, ਤੇ ਭਰੇ ਹੋ ਜ਼ਖਮ ਦੇ ਵੱਲ ਦੇਖਿਆ ਨਹੀਂ ਜਾਂਦਾ, ਉਸੇ ਸਰੀਰ ਦੇ ਵੱਲ, ਉਸੇ ਤਨ ਦੇ ਵੱਲ ਜਿਹਦਾ ਮਾਣ ਕਰ ਰਿਹਾ ਹੁੰਦਾ। ਜਦੋਂ ਬਦਬੂ ਆਉਂਦੀ ਹੈ ਨਾ, ਪਾਕ ਭਰ ਜਾਂਦੀ ਹੈ, ਖੂਨ ਦੇ ਵਿੱਚ ਬਦਬੂ ਆਉਂਦੀ ਹੈ, ਤੇ ਫਿਰ ਉਸੇ ਫੱਟ ਲੱਗੇ ਵੱਲ, ਉਸੇ ਤਨ ਦੇ ਵੱਲ ਦੇਖਣ ਨੂੰ ਚਿੱਤ ਨਹੀਂ ਕਰਦਾ। ਮਹਾਰਾਜ ਕਹਿੰਦੇ ਕਾਹਦਾ ਮਾਣ ਕਰਨਾ ਹੈ? ਇਹ ਜਿਹੜੀ ਸੁੰਦਰਤਾ ਦਾ ਮਾਣ ਕਰਦਾ ਹੈ। ਤਾਂ ਹੀ ਹਜੂਰ ਨੇ ਉਚਾਰਨ ਕੀਤਾ, ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਐਵੇਂ ਸੰਸਾਰ ਦੇ ਇਸ ਰੂਪਾਂ ਨੂੰ ਦੇਖ ਕਰਕੇ ਨਾ ਮੋਹਿਤ ਹੋ ਜਾਇਆ ਕਰ। ਵਾਹਿਗੁਰੂ ਦੀ ਘਟ ਘਟ ਦੇ ਅੰਦਰ ਜੋਤ ਵਰਤ ਰਹੀ, ਉਹਨੂੰ ਪਰਮਾਤਮਾ ਦੀ ਜੋਤ ਨੂੰ ਦੇਖਣ ਦਾ ਯਤਨ ਕਰ। ਪਰਮਾਤਮਾ ਦੇ ਸਰੂਪ ਨੂੰ ਦੇਖਿਆ ਕਰ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਪੜੀਏ ਜੇਤੀ ਆਰਜਾ। हे ਪ੍ਰਾਣਾ ਧਾਰੀ ਜੀਵ, ਜਿਹੜਾ ਸੁੰਦਰਤਾ ਦਾ ਮੱਤ ਤੇ ਪੜਦਾ ਪਿਆ, ਇਹਨੂੰ ਵੀ ਪਾੜ ਦੇਣਾ ਕਰ। ਪੜੀਐ ਹੈ ਜੇਤੇ ਸਾਸ। ਔਰ ਇਸੇ ਪ੍ਰਕਾਰ ਜਿਹੜੇ ਸਵਾਸਾਂ ਦਾ ਮਾਣ ਕਰਦਾ, ਜ਼ਿੰਦਗੀ ਦਾ ਮਾਣ ਕਰਦਾ, ਵੀ ਇੱਕ ਤੇਰੀ ਮੱਤ ਤੇ ਪੜਦਾ ਪਿਆ ਹੋਇਆ। ਮਹਾਰਾਜ ਕਹਿੰਦੇ ਹਨ ਇਹ ਜ਼ਿੰਦਗੀ ਦੇ ਸਵਾਸਾਂ ਦਾ ਹੰਕਾਰ ਕਰਨਾ, ਇਹ ਵੀ ਮੱਤ ਤੇ ਪੜਦਾ ਹੈ। ਕਿਉਂਕਿ ਪਤਾ ਨਹੀਂ ਇੱਕ ਸਵਾਸ ਆਇਆ, ਦੂਜਾ ਆਉਣਾ ਵੀ ਹੈ ਕਿ ਨਹੀਂ ਆਉਣਾ, ਇਹਦਾ ਕੋਈ ਪਤਾ ਥੋੜਾ। ਸਤਿਗੁਰੂ ਜੀ ਦੇ ਮੁਖ ਵਾਕ ਹਨ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੀਵਹੁ, ਜਾ ਕੇ ਜੀ ਪ੍ਰਾਣ। ਹਜੂਰ ਕਹਿੰਦੇ ਹਨ ਕਿ ਇੱਕ ਸਵਾਸ ਦਾ ਹੀ ਕੇਵਲ ਆਦਮੀ ਇਹ ਮਨੁੱਖ ਹੈ, ਨਹੀਂ ਤਾਂ ਮਿੱਟੀ ਹੈ। ਮਹਾਰਾਜ ਸੱਚੇ ਪਾਤਸ਼ਾਹ
ਤਾਂ ਹੀ ਹਜੂਰ ਨੇ ਗੁਰਬਾਣੀ ਵਿੱਚ ਤਾੜਨਾ ਭਰੇ ਬਚਨ ਕਹੇ ਹੈ ਨਾ, ਹਰ ਜਪਦਿਆਂ ਖਿਨ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਆਵੈ ਕੇ ਨਾ ਆਵੈ ਰਾਮ। ਐ ਮੇਰੀ ਜਿੰਦੇ ਪਰਮੇਸ਼ਰ ਦਾ ਚਿੰਤਨ ਕਰਨ ਤੋਂ ਕਦਾਚਿਤ ਵੀ ਗੁਰੇਜ ਨਾ ਕਰੀ। ਪਤਾ ਨਹੀਂ ਇੱਕ ਸਵਾਸ ਆਇਆ, ਦੂਜਾ ਆਉਣਾ ਵੀ ਹੈ ਕਿ ਨਹੀਂ ਆਉਣਾ। ਹਰ ਇੱਕ ਸਵਾਸ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਿਆ ਕਰ। ਸੋ ਇਸ ਲਈ ਹਜੂਰ ਕਹਿੰਦੇ ਜਿਹੜਾ ਜ਼ਿੰਦਗੀ ਦਾ ਮਾਣ ਕਰਨਾ ਹੈ ਨਾ, ਕਿ ਮੇਰੀ ਤਾਂ ਜ਼ਿੰਦਗੀ ਬੜੀ ਲੰਬੀ ਹੈ, ਬੜੇ ਸਵਾਸ ਪਏ ਹੈ। ਮਹਾਰਾਜ ਕਹਿੰਦੇ ਵੀ ਕਿ ਤੇਰੀ ਮੱਤ ਤੇ ਪੜਦਾ ਪਿਆ ਹੋਇਆ। ਸਵਾਸ ਦਾ ਤੇ ਇੱਕ ਦਾ ਹੀ ਨਹੀਂ ਪਤਾ ਕਿ ਦੂਜਾ ਆਉਣਾ ਕਿ ਨਹੀਂ ਆਉਣਾ। ਤੂੰ ਕਾਹਦਾ ਮਾਣ ਕਰਦਾ? ਇਸ ਕਰਕੇ ਹਰ ਇੱਕ ਸਵਾਸ ਦੇ ਨਾਲ ਰੱਬ ਨੂੰ ਚੇਤੇ ਕਰਿਆ ਕਰ। ਕਦੇ ਵੀ ਇਹ ਮੱਤ ਤੇ ਪਏ ਹੋ ਪੜਦੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਤੂੰ ਹੰਕਾਰ ਕਰਦਾ ਰਹਿਣਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਪੜੀਏ ਹਜੇ ਤੇ ਸਾਸ। ਇਹ ਜਿਹੜਾ ਸਵਾਸਾਂ ਦਾ ਜ਼ਿੰਦਗੀ ਦਾ ਤੇਰਾ ਪੜਦਾ ਪਿਆ ਮੱਤ, ਇਹਨੂੰ ਵੀ ਪਾੜ ਦੇਣਾ ਕਰ। ਨਾਨਕ ਲੇਖੈ ਇੱਕ ਗੱਲ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਹੇ ਪ੍ਰਾਣਾ ਧਾਰੀ ਜੀਵ, ਕੇਵਲ ਇੱਕੋ ਗੱਲ ਲੇਖੇ ਵਿੱਚ ਪੈਣ ਵਾਲੀ ਹੈ, ਜਿਹੜਾ ਸਤਿਗੁਰੂ ਜੀ ਤੋਂ ਗਿਆਨ ਦੀ ਪ੍ਰਾਪਤੀ ਕਰਕੇ ਨਿਸ਼ਕਾਮ ਕਰਮ ਕਰਨੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਗਿਆਨ ਦੀ ਪ੍ਰਾਪਤੀ ਕਰਨੀ ਹੈ। ਗਿਆਨ ਦੁਆਰਾ ਜਿਹੜਾ ਜੀਵਨ ਨਿਰਵਾਹ ਕਰਨਾ ਹੈ, ਜੋ ਸਤਿਗੁਰੂ ਜੀ ਦੀ ਵਿਚਾਰ ਧਾਰਾ ਨੂੰ ਜੀਵਨ ਵਿੱਚ ਧਾਰਨ ਕਰਕੇ ਜ਼ਿੰਦਗੀ ਜਿਹੜੀ ਆਪਣੀ ਬਤੀਤ ਕਰਨੀ ਹੈ ਨਾ, ਜੀਵਨ ਦੀ ਸਫਲਤਾ ਵਾਸਤੇ ਜੋ ਸ਼ੁਭ ਕਰਮ ਕਰਨੇ ਹਨ, ਇਹੋ ਹੀ ਮਹਾਰਾਜ ਕਹਿੰਦੇ ਅਸਲ ਲੇਖੇ ਵਿੱਚ ਹਨ। ਹੋਰ ਹਉਮੈ ਝਖਣਾ ਝਾਖ। ਹੋਰ ਤਾਂ ਕੇਵਲ ਦੁਨਿਆਵੀ ਗੱਲਾਂ ਹਉਮੈ ਦੇ ਕਰਕੇ ਝਖਾ ਹੀ ਮਾਰਨ ਦੀ ਤਰ੍ਹਾਂ ਹਨ। ਐਵੇਂ ਬੇਲੋੜੇ ਸੰਸਾਰ ਦੀਆਂ ਗੱਲਾਂ ਬਾਤਾਂ ਕਰੀ ਜਾਣੀਆਂ, ਐਵੇਂ ਬੇਲੋੜਾ ਮਰ ਤੇ ਪੜਦਾ ਪੈਣੇ ਕਰਕੇ ਹੰਕਾਰ ਦੇ ਵਿੱਚ ਡੀਗਾ ਮਾਰਦੇ ਰਹਿਣਾ, ਉਹ ਕਿਸੇ ਵੀ ਲੇਖੇ ਵਿੱਚ ਨਹੀਂ ਹਨ। ਮਹਾਰਾਜ ਕਹਿੰਦੇ ਵਾਹਿਗੁਰੂ ਦੀ ਪ੍ਰਾਪਤੀ ਤਾਂ ਗਿਆਨ ਕਰਕੇ ਜਿਹੜੇ ਸ਼ੁਭ ਕਰਮ ਕਰਨੇ ਆ, ਇਹੋ ਅਸਲ ਦੇ ਵਿੱਚ ਲੇਖੇ ਵਿੱਚ ਹਨ। ਮਹੱਲਾ ਪਹਿਲਾ। ਲਿਖ ਲਿਖ ਪੜਿਆ ਤੇ ਤਾ ਕੜਿਆ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਕਈ ਵਾਰ ਮਨੁੱਖ ਜ਼ਿੰਦਗੀ ਵਿੱਚ ਦੁਨੀਆ ਦੇ ਲੇਖ ਲਿਖਦਾ ਹੋਇਆ ਬੜਾ ਮਨ ਵਿੱਚ ਹੰਕਾਰ ਕਰਦਾ ਹੈ, ਤੇ ਕਈ ਹਿਸਾਬ ਕਿਤਾਬ ਲਿਖਦਾ ਹੋਇਆ ਹੀ ਬਾਰ-ਬਾਰ ਮਨ ਕਰਕੇ ਕੱਢਦਾ ਰਹਿੰਦਾ ਹੈ, ਦੁਖੀ ਹੁੰਦਾ ਰਹਿੰਦਾ ਹੈ। ਜਿਹੜੇ ਹਿਸਾਬ ਕਰਨ ਵਾਲੇ ਹੁੰਦੇ ਆ ਨਾ ਪੈਸੇ ਦਾ, ਉਹਨਾਂ ਦੇ ਮਨ ਦੇ ਵਿੱਚ ਵੀ ਬੜੀ ਕੱਢਣਾ ਬਣੀ ਰਹਿੰਦੀ, ਮਨ ਤਪਦਾ ਰਹਿੰਦਾ ਕਿ ਕਿਤੇ ਮੇਰੇ ਤੋਂ ਹਿਸਾਬ ਘੱਟ ਵੱਧ ਨਾ ਹੋ ਜਾਵੇ। ਜੇ ਘਾਟ ਵੱਧ ਹੋ ਗਈ ਤੇ ਫਿਰ ਮੇਰਾ ਮਾਲਕ ਮੈਨੂੰ ਸਜ਼ਾ ਦੇਵੇਗਾ, ਦੰਡ ਦੇਵੇਗਾ। ਮਹਾਰਾਜ ਕਹਿੰਦੇ ਉਹ ਵੀ ਕੱਢਦੇ ਰਹਿੰਦੇ, ਤਪਦੇ ਰਹਿੰਦੇ ਹਨ, ਮਨ ਉਹਨਾਂ ਦਾ ਵੀ ਸ਼ਾਂਤ ਨਹੀਂ ਹੁੰਦਾ। ਅਥਵਾ ਲਿਖ ਲਿਖ ਪੜਿਆ ਤੇ ਤਾ ਕੜਿਆ। ਮਹਾਰਾਜ ਕਹਿੰਦੇ ਦੁਨੀਆ ਦੀਆਂ ਲਿਖਤਾਂ ਲਿਖ ਲਿਖ ਕਰਕੇ ਜਿੰਨਾ ਜ਼ਿਆਦਾ ਮਨ ਦੇ ਵਿੱਚ ਹੰਕਾਰ ਕੀਤਾ, ਉਹਨਾਂ ਜ਼ਿਆਦਾ ਇਹ ਜੀਵ ਨੇ ਕੱਢਣਾ ਕੀਤਾ ਹੈ, ਉਹਨਾਂ ਜ਼ਿਆਦਾ ਇਹ ਜੀਵ ਦੁਖੀ ਹੋਇਆ, ਮਨ ਕਰਕੇ ਤਪਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਤਾ ਕੜਿਆ, ਉਹਨਾਂ ਜ਼ਿਆਦਾ ਤਪਣ ਲੱਗ ਪਿਆ, ਮਨ ਉਹਨਾਂ ਘੱਟ ਸ਼ਾਂਤ ਹੋਣ ਲੱਗ ਪਿਆ। ਜਿੰਨਾ ਜ਼ਿਆਦਾ ਇਹ ਦੁਨਿਆਵੀ ਸੰਸਾਰ ਦੀਆਂ ਗੱਲਾਂ ਬਾਤਾਂ ਲਿਖ ਲਿਖ ਕਰਕੇ ਮਨ ਦੇ ਵਿੱਚ ਹੰਕਾਰ ਕਰਦਾ, ਹੰਕਾਰ ਹੀ ਕਰਦਾ ਰਹਿੰਦਾ ਕਿ ਮੇਰੇ ਵਰਗਾ ਲਿਖਾਰੀ ਕੌਣ ਹੈ ਸੰਸਾਰ ਅੰਦਰ। ਬੜਾ ਮਨ ਦੇ ਵਿੱਚ ਗੁਮਾਨ ਕਰਦਾ ਹੈ। ਤੇ ਹਜੂਰ ਕਹਿੰਦੇ ਹਨ ਲਿਖ ਲਿਖ ਪੜਿਆ ਤੇਤਾ ਕੜਿਆ, ਉਹਨਾਂ ਜ਼ਿਆਦਾ ਇਹ ਜੀਵ ਕੱਢਦਾ ਹੈ, ਦੁਖੀ ਹੁੰਦਾ ਹੈ, ਰਿੱਝਦਾ ਰਹਿੰਦਾ ਹੈ। ਬਹੁ ਤੀਰਥ ਭਵਿਆ ਤੇ ਤੋ ਲਵਿਆ। ਤੇ ਜੇ ਬਹੁਤੇ ਤੀਰਥਾਂ ਤੇ ਵੀ ਭਵਨ ਕਰ ਲਿਆ, ਰਟਨ ਕਰ ਲਿਆ ਕਿ ਮੈਂ ਇੰਨੀ ਤੀਰਥ ਯਾਤਰਾ ਕੀਤੀ ਹੈ, ਮੈਂ ਇੰਨਾ ਤੀਰਥ ਇਸ਼ਨਾਨ ਕੀਤੇ ਆ, ਤੇ ਮਹਾਰਾਜ ਕਹਿੰਦੇ ਤੇਤੋਂ ਲਵਿਆ, ਲੂ ਲੂ ਹੀ ਕਰਦਾ ਰਹਿੰਦਾ, ਹੰਕਾਰ ਦੇ ਵਿੱਚ ਹੀ ਬੋਲਦਾ ਰਹਿੰਦਾ ਕਿ ਮੇਰੇ ਵਰਗਾ ਕੌਣ ਹੈ ਸੰਸਾਰ ਵਿੱਚ ਜਿਨੇ ਇੰਨੇ ਤੀਰਥਾਂ ਤੇ ਇਸ਼ਨਾਨ ਕੀਤੇ ਹੋਣ। ਮੇਰੇ ਜਿੰਨੇ ਤੀਰਥ ਯਾਤਰਾ ਕਿਸ ਨੇ ਕਰਨੀ ਹੈ, ਕੋਈ ਨਹੀਂ ਸੰਸਾਰ ਅੰਦਰ। ਹਜੂਰ ਕਹਿੰਦੇ ਇਹ ਲੂ ਲੂ ਹੀ ਕਰਦਾ ਰਹਿੰਦਾ, ਲਵਿਆ ਉਚਾਰਨ ਹੀ ਕਰਦਾ ਰਹਿੰਦਾ ਉੱਚੀ ਉੱਚੀ ਬੋਲ ਕੇ ਕਿ ਸਾਰੇ ਤੀਰਥਾਂ ਤੇ ਮੈਂ ਹੀ ਰਟਨ ਕੀਤਾ, ਮੇਰੇ ਸਮਸਤ ਕੋਈ ਪੁੱਜ ਹੀ ਨਹੀਂ ਸਕਦਾ ਜਿਹੜਾ ਤੀਰਥਾਂ ਤੇ ਇਸ਼ਨਾਨ ਕਰਨ ਵਾਲਾ ਹੋਵੇ। ਪਰ ਹਜੂਰ ਕਹਿੰਦੇ ਹਨ
ਕਿ ਇਕੱਲਾ ਹੰਕਾਰ ਕਰਕੇ ਤੀਰਥਾਂ ਤੇ ਇਸ਼ਨਾਨ ਕਰਨ ਕਰਕੇ ਥੋੜਾ ਮੁਕਤ ਹੋ ਜਾਈਦਾ ਹੈ। ਕਿਉਂਕਿ ਲੌਕੀ 68 ਤੀਰਥ ਨਾਈ, ਕੌਰਾ ਪਨ ਤਉ ਨਾ ਜਾਈ। ਸਾਧ ਸੰਗਤ ਜੀ, ਭਾਵੇਂ ਤੂੰਬੀ ਦਾ ਇਸ਼ਨਾਨ ਕਰਾ ਦਿੱਤਾ ਜਾਵੇ ਨਾ, ਤੂੰਬੀ ਉਹ ਬੜੀ ਕੜਤਨ ਭਰੀ ਹੁੰਦੀ ਹੈ, ਉਹਦਾ ਕੌੜਾਪਨ ਨਹੀਂ ਕਦੇ ਵੀ ਅੰਦਰੋਂ ਦੂਰ ਹੁੰਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜਾ ਮਨੁੱਖ ਵਿਸ਼ਿਆਂ ਦੀ, ਵਿਕਾਰਾਂ ਦੀ ਆਪਣੀ ਕੌੜ ਨਹੀਂ ਨਾ ਅੰਦਰੋਂ ਛੱਡਦਾ, ਔਗਣਾਂ ਦੀ ਕੌੜ ਨਹੀਂ ਆਪਣੇ ਅੰਦਰੋਂ ਦੂਰ ਕਰਦਾ, ਉਹ ਭਾਵੇਂ ਜਿੰਨਾ ਮਰਜ਼ੀ ਤੀਰਥਾਂ ਤੇ ਇਸ਼ਨਾਨ ਕਰ ਕਰਕੇ ਦੇਖ ਲਵੇ, ਉਹ ਮਨ ਨਹੀਂ ਕਦੇ ਪਵਿੱਤਰ ਹੋਣ ਵਾਲਾ। ਜਿੰਨਾ ਮਰਜ਼ੀ ਤਨ ਨੂੰ ਪਵਿੱਤਰ ਕਰ ਕਰਕੇ ਦੇਖ ਲਵੇ, ਪਰ ਅੰਦਰ ਦੀ ਵਿਕਾਰਾਂ ਦੀ ਜਿਹੜੀ ਕੌੜ ਹੈ, ਜ਼ਹਿਰ ਭਰੀ ਹੋਈ ਜੀਵ ਦੇ ਅੰਦਰ, ਮਹਾਰਾਜ ਕਹਿੰਦੇ ਉਹ ਤਾਂ ਪਰਮੇਸ਼ਰ ਦੇ ਸਿਮਰਨ ਕਰਕੇ ਹੀ ਦੂਰ ਹੋ ਸਕਦੀ ਹੈ। ਹੋਰ ਕੱਲੇ ਤੀਰਥਾਂ ਤੇ ਇਸ਼ਨਾਨ ਕਰਨੇ ਮਾਤਰ ਨਹੀਂ ਦੂਰ ਹੋਣ ਵਾਲੀ, ਪਰ ਮਹਾਰਾਜ ਕਹਿੰਦੇ ਹਨ ਬਹੁ ਤੀਰਥ ਭਵਿਆ ਤੇਤੋ ਲਵਿਆ। ਐਸੀ ਇਹ ਜੀਵ ਦੀ ਮੂੜਤਾ ਹੈ, ਬਹੁਤੇ ਤੀਰਥਾਂ ਤੇ ਭੰਮਦਾ ਰਹਿੰਦਾ ਹੈ, ਲੋ ਨੂੰ ਕਰਦਾ, ਉੱਚੀ ਉੱਚੀ ਹੋ ਕੇ ਦਿੰਦਾ ਕਿ ਮੈਂ ਇੰਨੀ ਤੀਰਥ ਯਾਤਰਾ ਕੀਤੀ ਹੈ। ਬਹੁ ਭੇਖ ਕੀਆ ਦੇਹੀ ਦੁਖ ਦੀਆ। ਫਿਰ ਬੇਸਮਝ ਮੂੜ ਜੀਵ ਨੇ ਬਹੁਤੇ ਭੇਖ ਤਨ ਦੇ ਉੱਪਰ ਬਣਾਏ ਹਨ। ਬਹੁ ਭੇਖ ਕੀਆ ਦੇਹੀ ਦੁਖ ਦੀਆ, ਤੇ ਸਰੀਰ ਨੂੰ ਦੁੱਖ ਹੀ ਦਿੱਤੇ ਹੈ। ਕੁਝ ਖੱਟਿਆ ਥੋੜਾ, ਆਤਮਿਕ ਸੁਖ ਥੋੜਾ ਪ੍ਰਾਪਤ ਕਰ ਸਕਿਆ, ਕਿਉਂਕਿ ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ। ਨਾਮ ਵੀ ਉਦਾਂ ਦੇ ਰਖਾ ਲੈਂਦਾ ਹੈ, ਭੇਖ ਵੀ ਉਦਾਂ ਦੇ ਤਨ ਤੇ ਬਣਾ ਲੈਂਦਾ ਹੈ। ਕਦੇ ਤਪਸਵੀਆਂ ਵਾਲਾ ਭੇਖ ਬਣਾ ਲੈਂਦਾ, ਧੂਣੀਆਂ ਤਾ ਕੇ ਗਰਮੀ ਵਿੱਚ ਬੈਠ ਜਾਂਦਾ ਹੈ, ਸਰੀਰ ਨੂੰ ਤਪਾਉਂਦਾ ਰਹਿੰਦਾ, ਦੁਖੀ ਕਰਦਾ ਰਹਿੰਦਾ। ਤੇ ਕਦੀ ਪੁੱਠਾ ਲਟਕ ਜਾਂਦਾ ਜੰਗਲਾਂ ਵਿੱਚ ਜਾ ਕੇ, ਤਨ ਨੂੰ ਦੁਖੀ ਕਰਦਾ ਰਹਿੰਦਾ। ਤੇ ਕਦੇ ਕਪਾਲੀ ਆਸਣ ਲਾ ਲੈਂਦਾ, ਕਦੇ ਮੋਢਿਆਂ ਭਾਰ ਹੋ ਜਾਂਦਾ, ਆਕਾਸ਼ ਵੱਲ ਪੈਰ ਚੁੱਕ ਲੈਂਦਾ ਤੇ ਸਿਰ ਧਰਤੀ ਦੇ ਵੱਲ ਭਾਰ ਕਰ ਲੈਂਦਾ। ਮਹਾਰਾਜ ਕਹਿੰਦੇ ਤਾਂ ਬਹੁਤੇ ਯਤਨ ਕਰਦਾ। ਇਹ ਸੰਸਾਰ ਦੇ ਸਾਧਨਾ ਰੂਪੀ ਭੇਖ ਵੀ ਤਨ ਤੇ ਬਣਾ ਕੇ ਬਹੁਤੇ ਯਤਨ ਕਰਦਾ ਰਹਿੰਦਾ, ਪਰ ਹਜੂਰ ਕਹਿੰਦੇ ਖੱਟਿਆ ਕੀ ਪਏ ਜੀਵ ਨੇ। ਬਹੁ ਭੇਖ ਕੀਆ ਦੇਹੀ ਦੁਖ ਦੀਆ, ਸਰੀਰ ਨੂੰ ਦੁੱਖ ਹੀ ਦਿੱਤਾ ਹੈ ਨਾ, ਸੁਖ ਸਰੂਪ ਦੀ ਤਨੀ ਨਾ ਪ੍ਰਾਪਤੀ ਹੋ ਸਕੀ। ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਤੋਂ ਤਾਂ ਵਾਂਝਾ ਹੀ ਰਿਹਾ ਹੈ ਨਾ। ਇਹ ਬਹੁਤੇ ਸੰਸਾਰ ਦੇ ਅੰਦਰ ਦੁੱਖ ਹੀ ਦੇਹੀ ਨੂੰ ਦੇਣਾ ਕਰਦਾ ਹੈ। ਸਾਹਿਬੇ ਜੀਆ ਆਪਣਾ ਕੀਆ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ, ਪ੍ਰਾਣਾ ਤਾਰੀ ਜੀਵਾ, ਆਪਣੇ ਕੀਤੇ ਹੋ ਕਰਮਾਂ ਨੂੰ ਤੂੰ ਹੀ ਹੁਣ ਸਹੋ ਸਹਿਣਾ ਕਰ। ਸਹੋ ਵੇ ਜੀਆ ਆਪਣਾ ਕੀਆ, ਜੋ ਤੂੰ ਆਪਣੇ ਕੀਤੇ ਹੋ ਕਰਮ ਆ ਨਾ, ਉਹਨਾਂ ਨੂੰ ਸਹਿਣ ਕਰ। ਹੁਣ ਬੀਜਿਆ ਹੋਏ ਕਰਮਾਂ ਦੇ ਬੀਜ ਤੂੰ ਹੁਣ ਫਲ ਭੋਗ, ਹੁਣ ਸਹਿਣ ਕਰ। ਜਿਹੜੇ ਤਰ੍ਹਾਂ ਤਰ੍ਹਾਂ ਦੇ ਭੇਖ ਬਣਾਉਂਦਾ, ਕਦੇ ਕਿਸੇ ਤਰ੍ਹਾਂ ਦਾ ਬਣਾ ਲੈਂਦਾ, ਕਦੇ ਕਿਸੇ ਤਰ੍ਹਾਂ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ, ਹੇ ਜੀਵੋ ਤੂੰ ਸਹਿਣ ਕਰ। ਹੁਣ ਤਰ੍ਹਾਂ ਤਰ੍ਹਾਂ ਦੇ ਭੇਖ ਬਣਾਏ ਹੋਏ ਆ, ਉਹਨਾਂ ਕਰਕੇ ਤੂੰ ਆਪ ਹੀ ਹੁਣ ਦੁਖੀ ਹੋ ਰਿਹਾ ਹੈ। ਅੰਨ ਨਾ ਖਾਇਆ ਸਾਧ ਗਵਾਇਆ। ਤੇ ਕਈ ਸਾਧ ਸੰਗਤ ਜੀ ਪਾਉਣ ਆਹਾਰੀ ਬਣ ਜਾਂਦੇ ਆ, ਕਹਿੰਦੇ ਅਸੀਂ ਅੰਨ ਨਹੀਂ ਛਕਣਾ, ਅਸੀਂ ਪਾਣੀ ਨਹੀਂ ਪੀਣਾ, ਕੇਵਲ ਪਾਉਣ ਹਵਾ ਦੇ ਆਸਰੇ ਰਹਿਣਾ ਹੈ। ਪਰ ਮਹਾਰਾਜ ਕਹਿੰਦੇ ਅੰਨ ਨੂੰ ਛੱਡ ਕੇ ਕਿਹੜਾ ਰੱਬ ਮਿਲ ਜਾਂਦਾ। ਇਹ ਸਰੀਰ ਹੈ, ਅੰਨ ਪਾਣੀ ਦੇ ਨਾਲ ਚੱਲਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇਕਰ ਪਾਉਣ ਆਹਾਰੀ ਵੀ ਬਣਨ ਦਾ ਯਤਨ ਕਰਦਾ, ਕਿਹੜੇ ਜਿਹੜੇ ਸੰਸਾਰ ਦੇ ਦੁਨੀਆ ਦੇ ਸਵਾਦ ਹੈ ਨਾ, ਉਹਨਾਂ ਨੂੰ ਗਵਾ ਲੈਂਦਾ। ਕਮ ਸੇ ਕਮ ਹੋਰ ਨਹੀਂ ਕੁਝ ਤੇ ਦੁਨੀਆ ਦੇ ਸਵਾਦ ਤਾਂ ਮਾਣ ਲੈਂਦਾ। ਜੇ ਮਹਾਰਾਜ ਕਹਿੰਦੇ ਹਨ ਕਿ ਭੁੱਖਾ ਹੀ ਰਹਿ ਕਰਕੇ ਰੱਬ ਮਿਲਦਾ ਹੁੰਦਾ, ਤੇ ਕਿੰਨੇ ਸੰਸਾਰ ਦੇ ਜੀਵ ਏਦਾਂ ਦੇ ਜਿਨ੍ਹਾਂ ਨੂੰ ਛਕਣ ਦੇ ਵਾਸਤੇ ਪਰਰਬਦ ਅਨੁਸਾਰ ਭੋਜਨ ਮਿਲਦਾ ਹੀ ਨਹੀਂ ਹੈ। ਉਹ ਫਿਰ ਮੁਕਤ ਹੋ ਜਾਣੇ ਚਾਹੀਦੇ ਸਨ। ਉਹ ਮੁਕਤ ਕਿਉਂ ਨਾ ਹੋ ਸਕੇ ਅਜੇ ਤੱਕ? ਤੇ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ, ਅੰਨ ਨਾ ਖਾਇਆ ਬਹੁ ਸਾਧ ਗਵਾਇਆ। ਦੁਨੀਆ ਦੇ ਸਵਾਦ ਵੀ ਗਵਾ ਬੈਠਾ ਹੈ। ਜਿਵੇਂ ਸਤਿਗੁਰੂ ਜੀ ਦਾ ਮੁੱਖ ਵਾਕ ਹੈ ਕਿ ਜਿਹੜੀਆਂ ਜਿਵੇਂ ਸਾਧ ਸੰਗਤ ਜੀ ਬੀਬੀਆਂ ਵੀ ਵਰਤ ਰੱਖਦੀਆਂ ਨੇ ਨਾ, ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ, ਕਹਿੰਦੇ ਨਾ ਸੁਹਾਗਣ ਨਾ ਉਹ ਰੰਡ।
ਉਹ ਕਿਸੇ ਵੀ ਲੇਖੇ ਵਿੱਚ ਨਹੀਂ ਪੈਂਦੀਆਂ। ਨਾ ਤਾਂ ਸੁਹਾਗਣਾ ਬਣ ਸਕਦੀਆਂ ਨੇ, ਨਾ ਪਤੀ ਦਾ ਪਿਆਰ, ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਵੀ ਨਹੀਂ ਮਿਲਦਾ, ਤੇ ਨਾ ਹੀ ਸੰਸਾਰ ਜੋਗੀ ਰਹਿ ਜਾਂਦੇ ਆ। ਇਦਾਂ ਦੀ ਜਿਹੜੀ ਮਨਮੁਖਤਾ ਕਰਨ ਵਾਲੀਆਂ ਅਭਾਗਣਾ ਜੀਵ ਰੂਪ ਸਖੀਆਂ ਦੀ ਤਰ੍ਹਾਂ ਮਨਮੁਖ ਜੀਵ ਹੈ ਨਾ, ਮਹਾਰਾਜ ਕਹਿੰਦੇ ਇਦਾਂ ਦੇ ਕਰਮ ਕਾਂਡਾਂ ਵਿੱਚ ਪੈ ਜਾਂਦੇ ਆ। ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਛੱਡ ਕੇ ਕਹਿੰਦੇ ਕਿ ਭੁੱਖਿਆਂ ਸਾਨੂੰ ਰੱਬ ਮਿਲ ਪਵੇਗਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਬਹੁਤ ਸਾਧ ਗਵਾਏ, ਦੁਨੀਆ ਦੇ ਸਵਾਦ ਵੀ ਉਹ ਜੀਵ ਗਵਾ ਲੈਂਦਾ, ਪਰਮਾਤਮਾ ਨਹੀਂ ਮਿਲਦਾ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਨਹੀਂ ਕਰ ਸਕਦਾ। ਬਹੁ ਦੁੱਖ ਪਾਇਆ ਦੂਜਾ ਪਾਇਆ। ਜਿਹੜਾ ਦਵੈਸ਼ ਦੇ ਵਿੱਚ ਪਾਇਆ ਪਿਆਰ ਕਰਨਾ, ਸੰਸਾਰ ਦੇ ਨਾਲ ਚਿਤ ਬਿਰਤੀ ਨੂੰ ਜੋੜ ਕੇ ਰੱਖਣਾ, ਉਹਦੇ ਕਰਕੇ ਵੀ ਜੀਵ ਬਹੁਤੇ ਦੁੱਖ ਪਾਉਣੇ ਪੈਂਦੇ ਹਨ। ਜਿਨ੍ਹਾਂ ਨੇ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਛੱਡ ਕੇ ਸੰਸਾਰ ਦੇ ਵਿੱਚ ਹੀ ਹਰ ਸਮੇਂ ਪਿਆਰ ਪਾ ਕੇ ਰੱਖਿਆ, ਧਨ ਪਦਾਰਥਾਂ ਨਾਲ, ਧੀਆਂ ਪੁੱਤਰਾਂ ਨਾਲ ਮੋਹ ਦੇ ਵਿੱਚ ਗਲਤਾਨ ਹੋਈ ਰਹਿੰਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬਹੁਤ ਦੁੱਖ ਪਾਇਆ, ਉਹਨੇ ਬਹੁਤੇ ਦੁੱਖ ਪਾਏ ਹੈ। ਬਹੁਤਾ ਦੁਖੀ ਹੋਣਾ ਪੈਂਦਾ, ਬਾਰ-ਬਾਰ ਭੁੱਬਾ ਮਾਰ-ਮਾਰ ਕੇ ਰੋਂਦਾ ਹੀ ਰਹਿੰਦਾ ਹੈ, ਕਦੇ ਵੀ ਮਨ ਨੂੰ ਸਕੂਨ ਨਹੀਂ ਮਿਲਦਾ। ਵਸਤਰ ਨਾ ਪਹਿਰੈ ਅਹਨਸ ਕਹਿਰੈ। ਤੇ ਕਈ ਵਾਰ ਇਹ ਦਿਗੰਬਰ ਬਣ ਜਾਂਦਾ। ਇਹ ਸਾਧ ਸੰਗਤ ਜੀ ਇੱਕ ਪੰਥ ਹੈ, ਦਿਗੰਬਰ ਪੰਥ। ਜਿਵੇਂ ਜੋਗ ਮਤ ਹੈ, ਇਸੇ ਪ੍ਰਕਾਰ ਤਪਸਵੀਆਂ ਦਾ ਤਪੱਸਿਆ ਕਰਨ ਵਾਲੇ ਜਿਹੜੇ ਤਪਸੀ ਹੈ, ਇਸੇ ਤਰ੍ਹਾਂ ਇੱਕ ਦਿਗੰਬਰ ਹਨ। ਜਿਹੜੇ ਅਲਪ ਨੰਗੇ ਰਹਿੰਦੇ ਆ, ਤਨ ਤੇ ਕੋਈ ਕੱਪੜਾ ਨਹੀਂ ਧਾਰਨ ਕਰਦੇ, ਉਹਨਾਂ ਨੂੰ ਦਿਗੰਬਰ ਕਿਹਾ ਜਾਂਦਾ। ਉਹ ਕਹਿੰਦੇ ਕਿ ਆਕਾਸ਼ ਹੀ ਸਾਡੇ ਵਾਸਤੇ ਅੰਬਰ ਨਾਮ ਕੱਪੜੇ ਦਾ ਹੈ। ਦਿਗੰਬਰ ਤਾਂ ਹੀ ਉਹਨਾਂ ਨੂੰ ਕਿਹਾ ਜਾਂਦਾ ਕਿ ਦਿਗੰਬਰੀਆਂ ਦਾ ਪੰਥ ਹੈ। ਉਹ ਕਹਿੰਦੇ ਹਨ ਕਿ ਆਕਾਸ਼ ਹੀ ਸਾਡੇ ਵਾਸਤੇ ਕੱਪੜੇ ਦੀ ਤਰ੍ਹਾਂ ਹੈ। ਤੇ ਹਜੂਰ ਨੇ ਉਚਾਰਨ ਕੀਤਾ, ਹੇ ਪ੍ਰਾਣਾ ਧਾਰੀ ਜੀਵ, ਬਸਤਰ ਨਾ ਪਹਿਰੈ ਅਹਨਿਸ ਕਹਿਰੈ। ਰਾਰ ਦਿਨੇ ਕਹਿੰਦੇ ਫਿਰ ਕਹਿਰੇ ਚੱਲਦਾ ਰਹਿੰਦਾ। ਜੇ ਸਾਧ ਸੰਗਤ ਜੀ ਤਨ ਤੇ ਕਪੜਾ ਨਾ ਪਾਇਆ ਹੋਵੇ, ਤੇ ਐਨ ਸਿਖਰ ਦੁਪਹਿਰ ਲੱਗੀ ਹੋਵੇ, ਚੰਗੀ ਤਰ੍ਹਾਂ ਪੂਰੀ ਗਰਮੀ ਪੈ ਰਹੀ ਹੋਵੇ, ਤੇ ਕਿੰਨਾ ਸਾਧ ਸੰਗਤ ਜੀ ਪਿੰਡਾ ਸੜਦਾ ਹੈ, ਸਰੀਰ ਕਿੱਦਾਂ ਤਪਦਾ। ਲੋ ਵਗਦੀ ਹੋਵੇ ਨਾ, ਤੇ ਤਨ ਤੇ ਕਪੜਾ ਨਾ ਕੋ ਪਾਇਆ ਹੋਵੇ, ਤੇ ਕਿੱਦਾਂ ਸਾੜ ਕੇ ਲੰਘਦੀ ਹੈ। ਔਰ ਇਸੇ ਪ੍ਰਕਾਰ ਬਹੁਤੀ ਸਰਦ ਹੋਵੇ, ਕਪੜਾ ਨਾ ਕੋਈ ਤਨ ਤੇ ਪਾਇਆ ਹੋਵੇ, ਤੇ ਸਰੀਰ ਕਿੱਦਾਂ ਸੁੰਨ ਹੋ ਜਾਂਦਾ, ਕਿੰਨਾ ਠੰਡ ਦਾ ਕਹਿੰਦੇ ਕਹਿਰ ਝੱਲਣਾ ਪੈਂਦਾ। ਮਹਾਰਾਜ ਕਹਿੰਦੇ ਹਨ, ਬਸਤਰ ਨਾ ਪਹਿਰੈ ਅਹਨਿਸ ਕਹਿਰੈ। ਇਹ ਜੀਵ ਰਾਤ ਵੀ ਦਿਨੇ ਵੀ ਤੈਨੂੰ ਦੁਖੀ ਹੋਣਾ ਪੈਂਦਾ ਹੈ, ਜੇ ਤਨ ਤੇ ਬਸਤਰ ਨਹੀਂ ਧਾਰਨ ਕਰਦਾ। ਮੋਨ ਬੇਗੂਤਾ ਕਿਉ ਜਾਗੈ ਗੁਰ ਬਿਨ ਸੂਤਾ। ਤੇ ਸਾਧ ਸੰਗਤ ਜੀ, ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਕਾਲ ਉਸਤਤ ਪਾਵਨ ਬਾਣੀ ਵਿੱਚ ਬਚਨ ਹਨ। ਕਹਿੰਦੇ ਜੇ ਕੱਪੜੇ ਤਨ ਤੋਂ ਲਾ ਕੇ ਦਿਗੰਬਰ ਬਣਦੇ ਨਾਲ ਹੀ ਰੱਬ ਮਿਲਣਾ ਹੁੰਦਾ, ਤੇ ਜੰਗਲ ਦੇ ਪੰਛੀ ਕਿਹੜਾ ਤਨ ਤੇ ਕੱਪੜੇ ਪਾ ਕੇ ਰੱਖਦੇ ਆ? ਉਹ ਵੀ ਤਾਂ ਉਦਾਂ ਹੀ ਤੁਰੇ ਫਿਰਦੇ ਆ ਨਾ, ਕਦੇ ਕਿਸੇ ਪਾਸੇ ਭੱਜ ਜਾਂਦੇ, ਕਦੇ ਕਿਸੇ ਪਾਸੇ, ਤੇ ਉਹ ਤਾਂ ਫਿਰ ਮੁਕਤ ਹੋ ਜਾਣੇ ਚਾਹੀਦੇ ਸਨ। ਇਸ ਕਰਕੇ ਹਜੂਰ ਕਹਿੰਦੇ ਹਨ, ਜੀਵ ਦੇ ਨੂੰ ਦੁਖੀ ਹੋਣਾ ਪੈਂਦਾ। ਔਰ ਹਜੂਰ ਕਹਿੰਦੇ ਨੇ, ਮੋਨ ਵਿਗੂਤਾ ਕਿਉਂ ਜਾਗੈ ਗੁਰ ਬਿਨ ਸੂਤਾ। ਮਨ ਦੇ ਉੱਪਰ ਮਨ ਕਰਕੇ ਤਾਂ ਕਦੇ ਵੀ ਚੁੱਪਤਾ ਧਾਰਨ ਕੀਤੀ ਨਾ। ਮੁਖ ਤੋਂ ਭਾਵੇਂ ਕਹਿੰਦਾ ਕਿ ਮੈਂ ਮੋਨੀ ਬਣ ਗਿਆ, ਮੁਖ ਤੋਂ ਕਿਸੇ ਦੇ ਨਾਲ ਬੋਲਦਾ ਨਹੀਂ ਹੈ, ਪਰ ਮਨ ਅੰਦਰ ਬਹੁਤਾ ਰੋਲਾ ਪਾਉਂਦਾ, ਬੜਾ ਸ਼ੋਰ ਸ਼ਰਾਬਾ ਕਰੀ ਜਾਂਦਾ। ਮੋਨ ਵਿਗੂਤਾ ਕਿਉਂ ਜਾਗਿਆ ਗੁਰ ਬਿਨ ਸੂਤਾ। ਸਤਿਗੁਰੂ ਜੀ ਕਹਿੰਦੇ ਹਨ ਕਿ ਜਿਹੜਾ ਅਵਿਦਿਆ ਦੀ ਨੀਂਦਰਾ ਵਿੱਚ ਮਨ ਸੁੱਤਾ ਪਿਆ, ਐਨ ਗਾੜੀ ਨੀਂਦ ਵਿੱਚ ਸੁੱਤਾ ਹੈ, ਉਹ ਸਤਿਗੁਰੂ ਜੀ ਤੋਂ ਬਿਨਾਂ ਭਲਾ ਕਿਵੇਂ ਜਾਗ ਸਕਦਾ? ਨਹੀਂ ਕਦੇ ਵੀ ਜਾਗਰਤ ਅਵਸਥਾ ਵਿੱਚ ਆ ਸਕਦਾ। ਮਹਾਰਾਜ ਸਾਹਿਬ ਜੀ ਕਿਰਪਾ ਕਰਨਾ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ। ਕਹੈ ਨਾਨਕ ਸੋ ਤਤ ਪਾਏ, ਜਿਸਨੂੰ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾੜੀ। ਰਾਤ ਵੀ ਦਿਨੇ ਵੀ ਉਹ ਮਨ ਕਰਕੇ ਜਾਗਦੇ ਰਹਿੰਦੇ ਐ, ਜਿਨ੍ਹਾਂ ਤੇ ਸਤਿਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ। ਇਸ ਲਈ ਮਹਾਰਾਜ ਕਹਿੰਦੇ ਹਨ, ਮੋਨ ਵਿਗੂਤਾ ਕਿਉ ਜਾਗੈ ਗੁਰ ਬਿਨ ਸੂਤਾ। ਵਿਗੂਤਾ ਨਾਮ ਖਰਾਬ ਹੋਣੇ ਦਾ ਹੈ। ਇਹ ਜੀਵ ਤੂੰ ਬਾਰ-ਬਾਰ ਖੱਜਲ ਖੁਆਰੀ ਹੋਇਆ ਨਾ, ਝੂਠਾ ਮੋਨ ਧਾਰਨ ਕਰਕੇ
ਮਨ ਦੇ ਵਲਵਲੇ ਤਾਂ ਨਹੀਂ ਨਾ ਬੰਦ ਹੋ ਸਕੇ, ਮਨ ਰੌਲਾ ਪਾਉਣੋਂ ਤਾਂ ਨਹੀਂ ਨਾ ਚੁੱਪ ਕਰ ਸਕਿਆ, ਮਨ ਤਾਂ ਹਰ ਸਮੇਂ ਉੱਚੀ ਉੱਚੀ ਰੌਲਾ ਹੀ ਪਾਉਂਦਾ ਰਹਿੰਦਾ। ਇਸ ਕਰਕੇ ਹਜੂਰ ਕਹਿੰਦੇ ਹਨ, ਸਤਿਗੁਰੂ ਜੀ ਤੋਂ ਬਿਨਾਂ ਕਦੇ ਮਨ ਜਿਹੜਾ ਹੈ ਅਵਿਦਿਆ ਦੀ ਅਗਿਆਨ ਦੀ ਨੀਂਦਰਾ ਤੋਂ ਕਦੇ ਵੀ ਜਾਗ ਨਹੀਂ ਸਕਦਾ। ਪਗ ਉਪੇ ਤਾਣਾ ਆਪਣਾ ਕੀਆ ਕਮਾਣਾ। ਪੱਗ ਪੈਰਾਂ ਤੋਂ ਵੀ ਕਹਿੰਦੇ ਕਿ ਜੋੜਾ ਲਾ ਦਿੱਤਾ ਹੈ। ਜੋੜਾ ਲਾ ਕਰਕੇ ਉਸੇ ਤਰ੍ਹਾਂ ਹੀ ਸੰਸਾਰ ਦੇ ਅੰਦਰ ਫਿਰਦਾ ਕਿ ਮੈਂ ਪੈਰਾਂ ਵਿੱਚ ਜੋੜਾ ਨਹੀਂ ਪਾਉਣਾ। ਤੇ ਇਸ ਕਰਕੇ ਮਹਾਰਾਜ ਕਹਿੰਦੇ ਜੇ ਪਰਮੇਸ਼ਰ ਮਿਲਣਾ ਹੋਵੇ ਤੇ ਜਿਹੜੇ ਜੀਵ ਜੰਤੂ ਕਿਹੜੇ ਜੁੱਤੀਆਂ ਪਾ ਕੇ ਰੱਖਦੇ ਆ, ਉਹ ਤਾਂ ਫਿਰ ਮੁਕਤ ਹੋ ਜਾਣੇ ਚਾਹੀਦੇ ਸਨ। ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ। ਇਹ ਜੀਵ ਨੂੰ ਆਪਣਾ ਫਿਰ ਕਹਿੰਦੇ ਸੀ ਕਮਾਇਆ ਹੋਇਆ ਜਿਹੜਾ ਫਲ ਮਿਲਣਾ ਕਰਦਾ। ਜੀਵ ਦੀ ਆਪਣੀ ਪਰਾਰਬਧ ਅਨੁਸਾਰ ਫਿਰ ਦੁਖੀ ਹੋਣਾ ਪੈਂਦਾ। ਔਰ ਇਸੇ ਪ੍ਰਕਾਰ ਹਜੂਰ ਕਹਿੰਦੇ ਹਨ ਕਿ ਹੋ ਸਕਦਾ ਕਿਸੇ ਤੋਂ ਜੋੜੇ ਲਵਾ ਕਰਕੇ ਉਹਨੂੰ ਸੰਸਾਰ ਦੇ ਅੰਦਰ ਫੇਰਦਾ ਹੋਵੇ ਤੇ ਅੱਜ ਆਪ ਨੂੰ ਜੋੜਾ ਪਾਉਣ ਦੇ ਵਾਸਤੇ ਨਹੀਂ ਮਿਲਦਾ ਪਿਆ। ਆਪਣਾ ਕੀਆ ਕਮਾਣਾ, ਆਪਣਾ ਜਿੱਦਾਂ ਦੀ ਕਮਾਈ ਕੀਤੀ ਤੇ ਉਦਾਂ ਦਾ ਫਲ ਮਿਲ ਗਿਆ। ਉਹ ਕਦੇ ਸੋਚਦਾ ਵੀ ਨਹੀਂ ਕਿ ਮਨ ਵਿੱਚ ਮੈਂ ਜੋੜਾ ਵੀ ਧਾਰਨ ਕਰ ਲਵਾਂ। ਔਰ ਇਸ ਪ੍ਰਕਾਰ ਪੱਗ ਉਪੇ ਤਾਣਾ, ਮਹਾਰਾਜ ਕਹਿੰਦੇ ਪੱਗ ਜਿਹੜੇ ਪੈਰ ਹਨ ਉਪੇ ਉੱਚੇ ਥਾਂ ਤੇ ਤਾਣ ਕਰਕੇ ਕਪਾਲੀ ਆਸਣ ਲਾ ਲੈਂਦਾ, ਮੁੱਧੇ ਸਿਰ ਭਾਰ ਹੋ ਜਾਂਦਾ। ਇਹ ਏਦਾਂ ਵੀ ਕਹਿੰਦੇ ਹਨ ਕਿ ਆਪਣਾ ਕੀਤਾ ਜੀਵ ਤੂੰ ਪਾਉਂਦਾ ਪਿਆ। ਇਹ ਪੁੱਠੇ ਸਿੱਧੇ ਲਟਕਣ ਦੇ ਨਾਲ ਵੀ ਪਰਮੇਸ਼ਰ ਨਹੀਂ ਮਿਲਣ ਵਾਲਾ। ਆਲ ਮਲ ਖਾਈ ਸਿਰ ਛਾਈ ਪਾਈ। ਆਲ ਨਾਮ ਪੀਣਦਾ ਹੈ ਤੇ ਮਲ ਜਿਹੜੀ ਮੈਲ ਖਾਣੀ ਹੈ, ਮਹਾਰਾਜ ਕਹਿੰਦੇ ਹਨ ਇਹ ਸਿਰ ਤੇ ਸਵਾਹ ਪਾਉਣ ਦੀ ਤਰ੍ਹਾਂ ਹੀ ਹੈ। ਜਿਹੜਾ ਬੇਲੋੜੇ ਪਦਾਰਥਾਂ ਨੂੰ ਪੀ ਜਾਂਦਾ ਹੈ, ਬੇਲੋੜੇ ਪਦਾਰਥਾਂ ਨੂੰ ਖਾਈ ਜਾਂਦਾ ਹੈ। ਮਲ ਨਾਮ ਮੈਲਦਾ ਹੈ। ਜਿਵੇਂ ਸਾਧ ਸੰਗਤ ਜੀ ਜਿਹੜੇ ਜੈਨੀ ਹੈ ਨਾ, ਜੈਨ ਮਤ ਦੇ ਵਿੱਚ ਉਹ ਕਈ ਅੱਜ ਵੀ ਸਾਧ ਸੰਗਤ ਜੀ ਇਸੇ ਤਰ੍ਹਾਂ ਘੋਰਲੂ ਮੰਤਰ ਸਿੱਧ ਕਰਨ ਦੇ ਵਾਸਤੇ, ਮੰਤਰਾਂ ਦੇ ਵਿੱਚ ਘੋਰਲੂ ਮੰਤਰ ਹੈ। ਉਹ ਇੱਕ ਜੈਨੀ ਸੀਗਾ, ਇੱਕੋ ਥਾਂ ਤੇ ਸਾਧ ਸੰਗਤ ਜੀ ਫੱਟੇ ਦੇ ਉੱਪਰ 40 ਦਿਨ ਲੰਮੇ ਪਿਆ ਰਿਹਾ। ਫੱਟੇ ਦੇ ਉੱਪਰ ਕਦੇ ਚੌਂਕੜਾ ਮਾਰ ਜਾਣਾ, ਕਦੇ ਖਲੋ ਜਾਣਾ, ਕਦੇ ਉੱਥੇ ਲੰਮੇ ਪੈ ਜਾਣਾ ਜੇ ਥੱਕ ਗਿਆ ਤਾਂ। ਤੇ ਆਪਣੀ ਵਿਸ਼ਟਾ ਗੰਦਗੀ ਖਾਂਦਾ ਰਿਹਾ, ਕਿਰਿਆ ਕਰ ਦੇਣੀ ਉਹ ਖਾ ਕੇ 40 ਦਿਨ ਗੁਜ਼ਾਰਾ ਕੀਤਾ। ਜੈਨ ਮਤ ਦੇ ਵਿੱਚ ਇਵੇਂ ਸਾਧ ਸੰਗਤ ਜੀ ਕੀਤਾ ਜਾਂਦਾ ਹੈ ਘੋਰਲੂ ਮੰਤਰ ਸਿੱਧ ਕਰਨ ਦੇ ਵਾਸਤੇ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਲ ਮਲ ਖਾਈ। ਮਲ ਜਿਹੜੀ ਮੈਲ ਹੈ ਆਪਣੀ ਕਿਰਿਆ ਹੀ ਖਾ ਲਈ ਹੈ। ਤੇ ਸਿਰ ਛਾਈ ਪਾਈ, ਸਵਾਈ ਪਾਈ ਨਾ ਸਿਰ ਦੇ ਵਿੱਚ, ਕੁਝ ਖੱਟਿਆ ਥੋੜਾ। ਇਵੇਂ ਕਿਰਿਆ ਆਪਣੀ ਗੰਦਗੀ ਖਾ ਕੇ ਕਿਹੜਾ ਰੱਬ ਮਿਲ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਲੋਕ ਪਰਲੋਕ ਦੇ ਵਿੱਚ ਲਾਹਣਤਾਂ ਦੀ ਸਵਾਹ ਪੈਂਦੀ ਹੈ ਸਿਰ ਦੇ ਵਿੱਚ। ਜਿਹੜਾ ਮਲ ਖਾਈ ਮੈਲ ਦੀ ਤਰ੍ਹਾਂ ਸੰਸਾਰ ਦੇ ਵਿਸ਼ੇ ਸੁੱਖਾਂ ਨੂੰ ਖਾਂਦਾ ਰਹਿੰਦਾ, ਭੋਗਦਾ ਰਹਿੰਦਾ, ਪਰ ਤੱਕ ਵੀ ਜਿਹੜਾ ਮੈਲ ਹੀ ਖਾਂਦਾ ਰਹਿੰਦਾ ਮੰਤਰਾਂ ਨੂੰ ਸਿੱਧ ਕਰਨ ਵਾਸਤੇ। ਮੂਰਖ ਅੰਧੇ ਪਤ ਗਵਾਈ। ਇਹ ਬੇਸਮਝ ਜੀਵ ਨੇ, ਅੰਨੇ ਜੀਵ ਨੇ ਆਪਣੀ ਪਤ ਗਵਾ ਲਈ ਹੈ। ਵਿਚਾਰ ਗਿਆਨ ਰੂਪ ਨੇਤਰਾਂ ਤੋਂ ਹੀਣਾ ਹੋਣ ਕਰਕੇ, ਮਨ ਬੁੱਧ ਰੂਪੀ ਨੇਤਰਾਂ ਵਿੱਚ ਭਰਮ ਦੇ ਫੋਲੇ ਪੈਣੇ ਕਰਕੇ ਮਹਾਰਾਜ ਕਹਿੰਦੇ ਅੰਨਾ ਹੋ ਗਿਆ। ਕਦੇ ਕਿਸੇ ਜਾ ਕੇ ਵਿਕਾਰਾਂ ਦੇ ਖੂਹ ਵਿੱਚ ਡਿੱਗ ਪੈਂਦਾ, ਕਦੇ ਕਿਤੇ ਜਾ ਕੇ ਟੱਕਰਾਂ ਮਾਰਦਾ ਰਹਿੰਦਾ ਹੈ। ਬੇਸਮਝ ਤੇ ਅੰਨੇ ਜੀਵ ਨੇ ਆਪਣੀ ਪਤ ਗਵਾ ਲਈ ਹੈ। ਬਿਨ ਨਾਵੇ ਕਿਸ ਥਾਏ ਨਾ ਪਾਈ। हे ਪ੍ਰਾਣਾ ਤਾਰੇ ਜੀਵ, ਵਾਹਿਗੁਰੂ ਦੇ ਨਾਮ ਤੋਂ ਬਿਨਾ ਕੁਝ ਵੀ ਥਾਂ ਪੈਣ ਵਾਲਾ ਨਹੀਂ ਹੈ, ਕੁਝ ਵੀ ਲੇਖੇ ਵਿੱਚ ਪੈਣ ਵਾਲਾ ਨਹੀਂ ਹੈ। ਭਾਵੇਂ ਮਹਾਰਾਜ ਕਹਿੰਦੇ ਹਨ ਕਿ ਕੱਪੜੇ ਵੀ ਤਿਆਗ ਦੇਵੇ, ਅੰਨ ਪਾਣੀ ਵੀ ਤਿਆਗ ਦੇਵੇ, ਤਪਸਵੀ ਬਣ ਜਾਵੇ, ਇਹ ਤੀਰਥਾਂ ਤੇ ਲਟਨ ਵੀ ਕਰ ਲਵੇ, ਸਾਰੀ ਧਰਤੀ ਭਰਮ ਲਵੇ, ਪੈਰਾਂ ਤੋਂ ਜੋੜਾ ਵੀ ਲਾ ਦੇਵੇ। ਮਹਾਰਾਜ ਕਹਿੰਦੇ ਜੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਬਿਨ ਨਾਵੇ ਕਿਛ ਥਾਏ ਨਾ ਪਾਈ। ਕੁਝ ਵੀ ਥਾਂ ਪੈਣ ਵਾਲਾ ਨਹੀਂ ਹੈ, ਜਿਸ ਕਰਕੇ ਤੇਰੀ ਜੀਵਨ ਦੀ ਸਫਲਤਾ ਬਣ ਜਾਵੇ। ਰਹਿ ਬੇਬਾਣੀ ਮੜੀ ਮਸਾਣੀ। ਤੇ ਹਜੂਰ ਕਹਿੰਦੇ ਕੋਈ ਬੀਆਬਾਨ ਜੰਗਲ ਦੇ ਵਿੱਚ ਜਾ ਕਰਕੇ ਰਹਿ ਲਵੇ, ਜਾਂ ਮੜੀਆਂ ਮਸਾਣਾ ਦੇ ਵਿੱਚ ਜਾ ਕਰਕੇ ਆਪਣਾ ਨਿਵਾਸ ਕਰ ਲੈਂਦਾ ਹੈ। ਅੰਧ ਨਾ ਜਾਣੈ ਫਿਰ ਪਛਤਾਣੀ। ਅੰਧਤਾਈ ਕਰਕੇ, ਅਗਿਆਨਤਾ ਕਰਕੇ ਜੀਵ ਜਾਣਦਾ ਨਹੀਂ ਹੈ
ਕਿ ਮੜੀਆਂ ਮਸਾਣਾਂ ਦੇ ਵਿੱਚ ਜਾਂ ਬੀਆਬਾਨ ਜੰਗਲਾਂ ਦੇ ਵਿੱਚ ਗਿੱਦੜ ਵੀ ਤਾਂ ਉੱਥੇ ਹੀ ਤੁਰੇ ਫਿਰਦੇ ਆ ਨਾ। ਮਹਾਰਾਜ ਕਹਿੰਦੇ ਉਹ ਕਿਹੜਾ ਮੁਕਤ ਹੋ ਜਾਂਦੇ ਆ? ਅਗਿਆਨਤਾ ਕਰਕੇ, ਅੰਧਤਾ ਕਰਕੇ ਜਾਣ ਨਹੀਂ ਸਕਦਾ। ਔਰ ਇਸ ਕਰਕੇ ਹਜੂਰ ਕਹਿੰਦੇ ਹਨ ਫਿਰ ਪਛਤਾਣੀ, ਫਿਰ ਪਛਤਾਤਾਪ ਕਰਦਾ ਹੈ। ਅੰਧ ਸਮੇਂ ਬਾਰ-ਬਾਰ ਪਛਤਾਉਂਦਾ ਹੈ। ਪਹਿਲਾਂ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਸੁਣ ਕਰਕੇ ਭਜਨ ਨਹੀਂ ਕਰਦਾ, ਸੇਵਾ ਸਿਮਰਨ ਨਹੀਂ ਕਰਦਾ, ਜ਼ਿੰਦਗੀ ਆਪਣੀ ਅਜਾਈਂ ਬਤੀਤ ਕਰ ਲੈਂਦਾ, ਕਰਮ ਕਾਂਡਾਂ ਦੇ ਵਿੱਚ ਪੈ ਕੇ ਤਰ੍ਹਾਂ ਤਰ੍ਹਾਂ ਦੇ ਭੇਖਾਂ ਨੂੰ ਤਨ ਦੇ ਉੱਪਰ ਧਾਰਨ ਕਰ ਕਰਕੇ ਆਪਣੀ ਜ਼ਿੰਦਗੀ ਲਗਾ ਦਿੰਦਾ। ਫਿਰ ਪਛਤਾਣੀ ਤੇ ਫਿਰ ਬਾਅਦ ਦੇ ਵਿੱਚ ਪਛਤਾਤਾਪ ਕਰਦਾ ਹੈ। ਜਦੋਂ ਮੌਤ ਦਾ ਡੰਕਾ ਆ ਕੇ ਸਿਰ ਤੇ ਵੱਜਦਾ ਹੈ, ਫਿਰ ਝੂਰਦਾ ਹੋਇਆ ਪਛਤਾਉਂਦਾ ਹੀ ਸੰਸਾਰ ਤੋਂ ਤੁਰ ਜਾਂਦਾ ਹੈ। ਸਤਿਗੁਰ ਭੇਟੇ ਸੋ ਸੁਖ ਪਾਏ। ਜੇ ਗਰੀਬ ਨਵਾਜ ਕਿਹੜੇ ਜੀਵ ਨੂੰ ਆਤਮਿਕ ਸੁਖ ਮਿਲਦਾ ਹੈ? ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਪੂਰੇ ਸਤਿਗੁਰੂ ਜੀ ਦੇ ਨਾਲ ਮਨ ਬਾਣੀ ਸਰੀਰ ਕਰਕੇ ਮਿਲਦਾ ਹੈ। ਸਤਿਗੁਰ ਭੇਟੇ ਸੋ ਸੁਖ ਪਾਏ। ਮਹਾਰਾਜ ਕਹਿੰਦੇ ਉਹ ਜੀਵਨ ਪਰਯੰਤ ਆਤਮਿਕ ਸੁਖ ਪਾਉਂਦਾ ਹੈ, ਸਦੀਵੀ ਵਾਹਿਗੁਰੂ ਜੀ ਦੇ ਸਰੂਪ ਰੂਪੀ ਸੁਖ ਨੂੰ ਪਾ ਲੈਂਦਾ ਹੈ। ਹਰਿ ਕਾ ਨਾਮ ਮਨ ਵਸਾਏ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਤਿਗੁਰੂ ਜੀ ਉਹਦੇ ਹਿਰਦੇ ਵਿੱਚ ਵਸਾ ਦਿੰਦੇ ਹਨ। ਤੇ ਨਾਮ ਜੈਸਾ ਸੁਖ ਕਿਤੇ ਵੀ ਸੰਸਾਰ ਦੇ ਹੋਰ ਭੇਖਾਂ ਦੇ ਵਿੱਚ, ਹੋਰ ਕਰਮ ਕਾਂਡਾਂ ਦੇ ਵਿੱਚ, ਹੋਰ ਸੰਸਾਰ ਦੇ ਸਾਧਨਾਂ ਦੇ ਵਿੱਚ ਕਿਤੇ ਵੀ ਨਹੀਂ ਪ੍ਰਾਪਤ ਹੋ ਸਕਦਾ। ਜਿਹੜਾ ਸੁਖ ਪਰਮੇਸ਼ਰ ਦੇ ਚਰਨਾਂ ਦੀ ਸੇਵਾ ਵਿੱਚ ਹੈ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀ ਹੈ। ਮਹਾਰਾਜ ਕਹਿੰਦੇ ਜਿਹੜਾ ਸਿਮਰਨ ਰੂਪੀ ਸੇਵਾ ਦੇ ਵਿੱਚ ਸੁਖ ਹੈ ਨਾ, ਉਹ ਦੁਨੀਆ ਦੇ ਕਿਸੇ ਰਾਜ ਭਾਗ ਦੇ ਵਿੱਚੋਂ ਵੀ ਜੀਵ ਨੂੰ ਨਹੀਂ ਪ੍ਰਾਪਤ ਹੋ ਸਕਦਾ। ਇਸ ਕਰਕੇ ਤਾਂ ਹੀ ਤਾਂ ਮਹਾਰਾਜ ਜੀ ਨੇ ਵਚਨ ਕੀਤਾ, ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨਾ। ਵਾਹਿਗੁਰੂ ਦੇ ਨਾਮ ਤੋਂ ਬਿਨਾ ਕਿਸੇ ਵੀ ਜੀਵ ਨੂੰ ਅਸਲ ਸੁਖ ਮਿਲਣ ਵਾਲਾ ਨਹੀਂ ਹੈ। ਤੇ ਹਜੂਰ ਕਹਿੰਦੇ ਉਹ ਜੀਵ ਸੁਖੀ ਹੋ ਗਏ ਹੈ ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਨਾਮ ਵਸਾ ਦਿੱਤਾ, ਦ੍ਰਿੜ ਕਰ ਦਿੱਤਾ ਹੈ। ਕਬੀਰ ਹਰ ਕਾ ਸਿਮਰਨ ਜੋ ਕਰੈ, ਸੋ ਸੁਖੀਆ ਸੰਸਾਰ। ਇਤ ਉਤ ਕਤਹਿ ਨਾ ਡੋਲਈ, ਜਿਸ ਰਾਖੈ ਸਿਰਜਨਹਾਰ। ਉਹ ਹਿਰਦੇ ਕਰਕੇ ਵੀ ਅਡੋਲ ਹੋ ਜਾਂਦਾ ਹੈ। ਜਿਸ ਦੇ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੀ ਦਾਤ ਵਸਾ ਦਿੰਦੇ ਹਨ। ਨਾਨਕ ਨਦਰ ਕਰੇ ਸੋ ਪਾਏ। ਪਰ ਇਹ ਦਾਤ ਪ੍ਰਮਾਤਮਾ ਦੀ ਕਿਰਪਾ ਦੀ ਨਜ਼ਰ ਕਰਕੇ ਪਾਈਦੀ ਹੈ। ਪ੍ਰਮਾਤਮਾ ਮਿਹਰ ਦੀ ਨਿਗਾਹ ਨਾਲ ਤੱਕ ਦੇਵੇ, ਜੀਵ ਤੇ ਬਖਸ਼ਿਸ਼ ਕਰ ਦੇਵੇ, ਤਾਂ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਨਾਮ ਦੀ ਦਾਤ ਪਾਉਂਦਾ ਹੈ। ਆਸ ਅੰਦੇਸੇ ਤੇ ਨਹਿ ਕੇਵਲ। ਫਿਰ ਇਹ ਪ੍ਰਾਣਾ ਧਾਰੀ ਜੀਵ ਦੁਨੀਆ ਦੀਆਂ ਆਸਾਂ ਤੋਂ ਰਹਿਤ ਹੋ ਜਾਂਦਾ ਹੈ, ਅੰਦੇਸੇ ਸ਼ੰਕਿਆਂ ਤੋਂ ਰਹਿਤ ਹੋ ਜਾਂਦਾ ਹੈ, ਨਿਹ ਕੇਵਲ ਵਿਸ਼ੇਸ਼ ਕਰਕੇ ਆਜ਼ਾਦ ਹੋ ਜਾਂਦਾ ਹੈ। ਕਿਉਂਕਿ ਨਾ ਤਾਂ ਆਸਾ ਮੁੱਕਦੀ ਹੈ ਤੇ ਸਾਧ ਸੰਗਤ ਜੀ ਨਾ ਹੀ ਸ਼ੰਕੇ ਜੀਵ ਦੇ ਹਿਰਦਿਓਂ ਦੂਰ ਹੁੰਦੇ ਆ, ਜਿੰਨਾ ਚਿਰ ਮਹਾਰਾਜ ਸਾਹਿਬ ਜੀ ਦੀ ਕਿਰਪਾ ਦਾ ਪਾਤਰ ਨਹੀਂ ਬਣਦਾ। ਹਜੂਰ ਨੇ ਉਚਾਰਨ ਕੀਤਾ, ਆਸਾ ਕਰਤਾ ਜਗ ਮੋਆ, ਆਸਾ ਮਰੈ ਨਾ ਜਾਏ। ਆਸਾ ਨਹੀਂ ਮਰਦੀ। ਮਨੁੱਖ ਆਸਾ ਲਾਉਂਦਾ ਲਾਉਂਦਾ ਮਰ ਮੁੱਕ ਜਾਂਦਾ। ਕਦੇ ਕੋਈ ਆਸ ਲਾ ਲੈਂਦਾ, ਕਦੇ ਕੋਈ ਮਨ ਵਿੱਚ ਆਸ ਲਾ ਕੇ ਬੈਠ ਜਾਂਦਾ। ਆਸਾ ਲਾਉਂਦਾ ਹੀ ਸੰਸਾਰ ਤੋਂ ਤੁਰ ਜਾਂਦਾ। ਇਸ ਕਰਕੇ ਹਜੂਰ ਕਹਿੰਦੇ ਹਨ, ਇਹਨਾਂ ਆਸਾ ਤੇ ਅੰਦੇਸੇ ਸ਼ੰਕਿਆਂ ਤੋਂ ਜੀਵ ਰਹਿਤ ਹੋ ਜਾਂਦੇ ਹਨ। ਹਉਮੈ ਸ਼ਬਦ ਜਲਾਏ। ਜਿਨ੍ਹਾਂ ਤੇ ਗੁਰੂ ਕਿਰਪਾ ਹੋ ਜਾਂਦੀ ਹੈ, ਮਹਾਰਾਜ ਸਾਹਿਬ ਜੀ ਦੇ ਸ਼ਬਦ ਦੁਆਰਾ ਹੰਗਤਾ ਤੇ ਮਮਤਾ ਨੂੰ ਸਾੜ ਦਿੰਦੇ ਹਨ। ਹਉਮੈ ਸ਼ਬਦ ਜਲਾਏ। हे ਪ੍ਰਾਣਾ ਧਾਰੀ ਜੀਵ, ਜੇ ਆਸਾ ਤੇ ਅੰਦੇਸੇ ਸ਼ੰਕਿਆਂ ਤੋਂ ਰਹਿਤ ਹੋਣਾ ਚਾਹੁੰਦਾ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਸ਼ਬਦ ਦੁਆਰਾ ਹਉਮੈ ਨੂੰ ਸਾੜ। ਹਉਮੈ ਕਰਕੇ ਮਨ ਵਿੱਚ ਆਸਾ ਤੇ ਅੰਦੇਸੇ ਪਏ ਹੋਏ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਸ਼ਬਦ ਦੁਆਰਾ ਜਿਨ੍ਹਾਂ ਨੇ ਹਉਮੈ ਨੂੰ ਸਾੜ ਦਿੱਤਾ, ਉਹਨਾਂ ਦੇ ਸਭ ਸ਼ੰਕੇ ਸਭ ਆਸਾਂ ਦੂਰ ਹੋ ਗਈਆਂ। ਉਹ ਕੇਵਲ ਵਾਹਿਗੁਰੂ ਦੇ ਸਰੂਪ ਦੀ ਆਸ ਲਾਈ ਬੈਠੇ ਹਨ। ਪੌੜੀ ਭਗਤ ਤੇਰੇ ਮਨ ਭਾਵਦੇ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਹੈ ਪ੍ਰਮਾਤਮਾ ਆਪ ਜੀ ਦੇ ਪਿਆਰੇ ਭਗਤ ਤੁਹਾਨੂੰ ਭਾਉਂਦੇ ਹਨ। ਦਰ ਸੋਹਨ ਕੀਰਤ ਗਾਵਦੇ। ਮਹਾਰਾਜ ਜਿਹੜੇ ਤੁਹਾਡੇ ਦਰ ਗਿਆਨ ਰੂਪੀ ਦਰ ਦਰਵਾਜ਼ੇ ਵਿੱਚ ਆ ਕੇ ਤੁਹਾਡੀ ਕੀਰਤੀ ਗਾਉਂਦੇ ਹਨ।
ਕਿਹੜੇ ਭਗਤ ਸੌਂਦੇ ਮਹਾਰਾਜ? ਜਿਹੜੇ ਸਤ ਸੰਗਤ ਰੂਪੀ ਦਰ ਤੇ ਆ ਕੇ ਤੁਹਾਨੂੰ ਮਹਾਰਾਜ ਗਾਉਂਦੇ ਆ, ਤੁਹਾਡਾ ਜਸ ਉਚਾਰਨ ਕਰਦੇ ਹਨ। ਉਹ ਭਗਤ ਮਹਾਰਾਜ ਤੁਹਾਨੂੰ ਸ਼ੋਭਦੇ ਆ, ਜਿਹੜੇ ਹਿਰਦੇ ਦੀ ਗਰੀਬੀ ਬਣਾ ਕੇ ਮਹਾਰਾਜ ਤੁਹਾਡਾ ਜਸ ਉਚਾਰਨ ਕਰਦੇ ਆ। ਤਾਂ ਹੀ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਰਾਮਸਰ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਤੋਂ ਗੁਰਬਾਣੀ ਲਿਖਾਈ ਹੈ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਵਾ ਰਹੇ ਸਨ। ਭਾਵੇਂ ਲਾਹੌਰ ਤੋਂ ਹੋਰ ਵੀ ਭਗਤ ਚੱਲ ਕੇ ਆਏ ਸਨ। ਮਹਾਰਾਜ ਜੀ ਨੇ 15 ਭਗਤਾਂ ਦੀ ਬਾਣੀ ਕੇਵਲ ਦਰਜ ਕੀਤੀ ਸੀ, ਜਿਨ੍ਹਾਂ ਦੀ ਗੁਰਬਾਣੀ ਸਤਿਗੁਰੂ ਜੀ ਦੀ ਬਾਣੀ ਦੇ ਨਾਲ ਮੇਲ ਖਾਂਦੀ ਸੀ, ਨਿਮਰਤਾ ਸੀ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਕੇਵਲ ਪਰਮੇਸ਼ਰ ਦੀ ਸਿਫਤ ਦੀ ਗੱਲ ਸੀ ਕਿ ਉਹ ਪਾਵਨ ਗੁਰਬਾਣੀ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਦਰਜ ਕੀਤੀ ਹੈ। ਪਰ ਲਾਹੌਰ ਤੋਂ ਹੋਰ ਵੀ ਭਾਵੇਂ ਭਗਤ ਚੱਲ ਕੇ ਆਏ ਸਨ, ਭਗਤ ਪੀਲੂ, ਭਗਤ ਕਾਨਾ, ਭਗਤ ਸ਼ਿਜੂ ਔਰ ਏਦਾਂ ਭਗਤ ਸ਼ਾਹ ਹੁਸੈਨ ਆਦਿਕ, ਇਹ ਵੀ ਤਾਂ ਲਾਹੌਰ ਤੋਂ ਚੱਲ ਕੇ ਆਏ, ਆਪਣੇ ਆਪ ਨੂੰ ਭਾਵੇਂ ਭਗਤ ਖਵਾਉਂਦੇ ਸਨ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਗਤ ਉਹੋ ਹੀ ਸੋਭਨੀਕ ਹੈ ਮਹਾਰਾਜ, ਜਿਹੜੇ ਗਿਆਨ ਰੂਪੀ ਦਰ ਦਰਵਾਜ਼ੇ ਤੇ ਆ ਕੇ ਤੁਹਾਡਾ ਜਸ ਗਾਉਂਦੇ ਹੈ। ਅਗਿਆਨਤਾ ਭਰਿਆ ਕਦੇ ਵੀ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਨਹੀਂ ਹੋ ਸਕਦਾ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਚਰਨਾਂ ਵਿੱਚ ਸਾਧ ਸੰਗਤ ਜੀ, ਪਟਨਾ ਸਾਹਿਬ ਦੇ ਨਿਵਾਸੀ ਭਾਈ ਨਿਵਲੋ ਤੇ ਭਾਈ ਨਿਹਾਲਾ ਜੀ, ਦੋ ਸਿੱਖ ਚੱਲ ਕੇ ਆਏ ਸਨ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰੋ। ਮਹਾਰਾਜ ਭਗਤ ਕੈਸਾ ਹੁੰਦਾ ਹੈ? ਤੇ ਸਤਿਗੁਰੂ ਜੀ ਨੇ 4 ਪ੍ਰਕਾਰ ਦੇ ਭਗਤ ਕਥਨ ਕੀਤੇ ਸਨ। ਗੁਰਸਿੱਖੋ 4 ਪ੍ਰਕਾਰ ਦੇ ਭਗਤ ਹਨ ਸੰਸਾਰ ਦੇ ਅੰਦਰ। ਉਹ ਹਨ, ਇੱਕ ਅਰਥਾ ਅਰਥੀ ਭਗਤ, ਦੂਜਾ ਆਰਥ ਭਗਤ, ਔਰ ਇਸੇ ਪ੍ਰਕਾਰ ਤੀਜਾ ਅਨਿਨ ਭਗਤ ਤੇ ਚੌਥਾ ਗਿਆਨੀ ਭਗਤ। ਇਹ 4 ਪ੍ਰਕਾਰ ਦੇ ਭਗਤ ਕਹੇ ਸਨ ਮਹਾਰਾਜ ਜੀ ਨੇ। ਪਹਿਲਾ ਹੈ ਅਰਥਾ ਅਰਥੀ ਭਗਤ, ਕਿ ਮਨ ਵਿੱਚ ਕੋਈ ਇੱਛਾ ਲੈ ਕੇ ਪ੍ਰਮਾਤਮਾ ਦੀ ਭਗਤੀ ਕਰਨੀ। ਜੇ ਆਪਾਂ ਕੋਈ ਇੱਛਾ ਲੈ ਕੇ ਬੰਦਗੀ ਕਰਦੇ ਆ, ਗੁਰਬਾਣੀ ਪੜ੍ਹਦੇ ਸਿਮਰਨ ਕਰਦੇ ਆ, ਮਹਾਰਾਜ ਕਹਿੰਦੇ ਹਿਰਦੇ ਅੰਦਰ ਭਾਵੇਂ ਪਿਆਰ ਤੇ ਹੁੰਦਾ ਹੈ, ਪਰ ਕੋਈ ਇੱਛਾ ਲੈ ਕੇ ਪ੍ਰਮਾਤਮਾ ਦੀ ਭਗਤੀ ਕਰਦਾ ਨੂੰ ਅਰਥਾਰਥੀ ਭਗਤ ਕਿਹਾ ਜਾਂਦਾ ਹੈ। ਜਿਵੇਂ ਭਗਤ ਧਰੂ ਜੀ ਨੇ ਇੱਛਾ ਲੈ ਕੇ ਪ੍ਰਮਾਤਮਾ ਦੀ ਭਗਤੀ ਕੀਤੀ ਸੀ। ਮਾਂ ਨੂੰ ਪੁੱਛਿਆ ਸੀ ਨਾ, ਡੱਡੋ ਹਲਦੀਕਾ ਮਾਂ ਪੁੱਛਿਆ, ਤੂੰ ਸਿਆਣੀ ਹੈ ਕਿ ਸਰੀਤਾ? ਹੇ ਮਾਂ, ਤੂੰ ਗੋਲੀ ਹੈ ਕਿ ਰਾਣੀ ਹੈ? ਕਿ ਮਤਰੇਈ ਮਾਂ ਨੇ ਮੈਨੂੰ ਪਿਤਾ ਦੀ ਗੋਦ ਦੇ ਵਿੱਚੋਂ ਬੈਠੇ ਹੋਏ ਨੂੰ ਚਪੇੜ ਮਾਰ ਕੇ ਮੈਨੂੰ ਉਠਾਲ ਦਿੱਤਾ ਹੈ। ਸਾਡੇ ਨਾਲ ਤਾਂ ਗੋਲਿਆਂ ਵਾਲਾ ਹੀ ਵਰਤਾਰਾ ਹੁੰਦਾ ਪਿਆ ਹੈ ਨਾ। ਮਾਂ ਤੂੰ ਦੱਸ ਗੋਲੀ ਹੈ ਕਿ ਰਾਣੀ ਹੈ? ਕਹਿਣ ਲੱਗੀ, ਰਾਣੀ ਹਾਂ, ਜਨਮ ਦੀ ਨਾਮ ਨ ਭਗਤੀ ਕਰਮ ਦ੍ਰਿੜੀਤਾ। ਕਹਿਣ ਲੱਗੀ, ਮੈਂ ਤਾਂ ਜਨਮ ਤੋਂ ਰਾਜੇ ਘਰਾਣਿਆਂ ਵਿੱਚ ਜਨਮੀ ਆ, ਪਰ ਹੇ ਧਰੂ ਐ ਭਗ ਪੁੱਤਰ, ਪਰਮੇਸ਼ਰ ਦੀ ਭਗਤੀ ਨਾ ਕਰਨੇ ਕਰਕੇ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਨਾ ਕਰਨੇ ਕਰਕੇ ਸਾਡੇ ਨਾਲ ਵਰਤਾਰਾ ਇਦਾਂ ਦਾ ਹੁੰਦਾ ਪਿਆ। ਤੇ ਕਹਿਣ ਲੱਗੇ, ਮਾਂ ਕਿਸ ਉਦਮ ਤੇ ਰਾਜ ਮਿਲੈ, ਸਤਰੂ ਤੇ ਸਭ ਹੋਵਨ ਮੀਤਾ। ਸਿਆਣੀ ਮਾਂ ਨੂੰ ਕਹਿੰਦੇ ਕਿ ਕਿਹੜਾ ਮੈਂ ਯਤਨ ਕਰਾਂ ਜਿਸ ਕਰਕੇ ਮੇਰੇ ਜਿਹੜੇ ਮਤਰੇਈ ਮਾਂ ਆ ਦੁਸ਼ਮਣਾਂ ਵਾਲਾ ਵਰਤਾਰਾ ਕਰਦੀ, ਆਪਣਿਆਂ ਵਾਲਾ ਮੇਰੇ ਨਾਲ ਵਰਤਾਰਾ ਕਰਿਆ ਕਰੇ। ਤੇ ਸਿਆਣੀ ਮਾਂ ਨੇ ਇਹ ਨਹੀਂ ਕਿਹਾ ਕਿ ਜਾ ਪੁੱਤ ਕਈ ਚੁੱਕ ਤੇ ਆਪਣੇ ਪਿਤਾ ਦੇ ਜਾਂ ਮਾਂ ਦੇ ਸਿਰ 'ਚ ਮਾਰ ਦੇ, ਇਹਨੂੰ ਮਾਰ ਹੀ ਦੇ, ਇਦਾਂ ਦਾ ਨਹੀਂ ਬਚਨ ਕੀਤਾ। ਕਹਿਣ ਲੱਗੇ, ਪਰਮੇਸ਼ਰ ਆਰਾਧੀਐ ਜਿੱਦੂ ਹੋਈਐ ਪਤਿਤ ਪੁਨੀਤਾ। ਪਰਮਾਤਮਾ ਦੀ ਆਰਾਧਨਾ ਕਰਕੇ ਹੀ ਪਤਿਤ ਪਾਪੀ ਜੀ ਵੀ ਪਵਿੱਤਰ ਬਣ ਜਾਂਦੇ ਆ। ਪਰਮਾਤਮਾ ਕਿਰਪਾ ਕਰੇਗਾ। ਤੇ ਸਾਧ ਸੰਗਤ ਜੀ, 5 ਸਾਲ ਦੀ ਆਰਬਲ ਹੈ, 5 ਸਾਲ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। 5 ਸਾਲ ਦੀ ਉਮਰਾਂ ਦੇ ਵਿੱਚ ਭਿਆਨਕ ਜੰਗਲ ਦੇ ਵਿੱਚ ਜਾ ਕੇ ਤਪੱਸਿਆ ਕੀਤੀ। ਕਾਹਦੇ ਵਾਸਤੇ? ਕਿ ਪਿਤਾ ਵਾਲਾ ਜਿਹੜਾ ਮੇਰਾ ਹੱਕ ਹੈ ਨਾ, ਮੈਨੂੰ ਮਿਲ ਜਾਵੇ। ਪਿਤਾ ਦਾ ਜਿਹੜਾ ਰਾਜ ਭਾਗ ਹੈ ਮੈਨੂੰ ਪ੍ਰਾਪਤ ਹੋਣਾ ਚਾਹੀਦਾ। ਮੈਂ ਵੀ ਤਾਂ ਹੱਕਦਾਰ ਹੀ ਆ ਨਾ, ਭਾਵੇਂ ਮਤਰੇਆ। ਤੇ ਸਾਧ ਸੰਗਤ ਇੱਛਾ ਲੈ ਕੇ ਪ੍ਰਮਾਤਮਾ ਦੀ ਭਗਤੀ ਕੀਤੀ ਸੀ, ਉਹ ਅਰਥਾਰਥੀ ਭਗਤ ਹੈ। ਦੂਜਾ ਹੈ ਆਰਥ ਭਗਤ, ਦੁੱਖ ਦੇ ਸਮੇਂ, ਔਕੜ ਦੇ ਸਮੇਂ ਪ੍ਰਮਾਤਮਾ ਨੂੰ ਚੇਤੇ ਕਰਨਾ। ਜਿਵੇਂ ਭਗਤ ਪ੍ਰਹਿਲਾਦ ਜੀ ਨੇ ਔਕੜ ਦੇ ਸਮੇਂ ਯਾਦ ਕੀਤਾ ਹੈ,
ਨਰ ਸਿੰਘ ਦਾ ਰੂਪ ਧਾਰਨ ਕਰਕੇ ਵਾਹਿਗੁਰੂ ਨੇ ਰੱਖਿਆ ਕੀਤੀ ਸੀ। ਔਰ ਇਸੇ ਪ੍ਰਕਾਰ ਤੀਜਾ ਹੈ ਅਨਿੰਨ ਭਗਤ, ਹਿਰਦੇ ਅੰਦਰ ਡਾਢੇ ਪਿਆਰ ਵਾਲਾ ਭਗਤ। ਜਿਵੇਂ ਭਗਤ ਨਾਮਦੇਵ ਜੀ ਹਨ, ਭਗਤ ਕਬੀਰ ਸਾਹਿਬ ਜੀ ਹਨ। ਭਾਵੇਂ ਮਾਂ ਨੇ ਕਿਹਾ ਵੀ ਹੈ, ਪੁੱਤਰ ਛੋੜ ਰਾਮ ਕੀ ਨਾਤ ਭਜੇ ਖੁਦਾਏ, ਰਾਮ ਰਾਮ ਕਹਿਣਾ ਛੱਡ ਕੇ ਖੁਦਾ ਖੁਦਾ ਕਹੀ ਜਾ, ਗੱਲ ਤੇ ਇੰਨੀ ਕੀ ਹੈ। ਕਹਿੰਦੇ ਨਹੀਂ, ਇਹਨਾਂ ਦੇ ਇਵੇਂ ਥੋੜਾ, ਇਹਨਾਂ ਦੇ ਅਧੀਨ ਹੋ ਕਰਕੇ ਜਪਣਾ। ਮੈਂ ਤਾਂ ਪਰਮੇਸ਼ਰ ਦਾ ਨਾਮ ਹੀ ਜਪਾਂਗਾ, ਬੰਧਨਾਂ ਤੋਂ ਆਜ਼ਾਦ ਹੋ ਕਰਕੇ। ਪਰਮੇਸ਼ਰ ਸਰਬ ਵਿਆਪਕ ਹੈ, ਉਹ ਕਿਸੇ ਇੱਕ ਥਾਂ ਤੇ ਜਾਂ ਕਿਸੇ ਦਾ ਖਰੀਦਿਆ ਹੋਇਆ ਥੋੜਾ। ਇਹ ਸਾਧ ਸੰਗਤ ਜੀ, ਪਿੰਡ ਪੜਾਏ ਤੋਂ ਹਰ ਗੁਣ ਗਾਏ। ਔਕੜ ਦਾ ਸਮਾਂ ਵੀ ਆ ਗਿਆ, ਪਰ ਫੇਰ ਵੀ ਵਾਹਿਗੁਰੂ ਦੇ ਗੁਣ ਗਾਉਣੇ ਛੱਡੇ ਨਹੀਂ ਸਨ। ਫਿਰ ਚੌਥੇ ਹਨ ਗਿਆਨੀ ਭਗਤ, ਜਿਵੇਂ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਬਾਬਾ ਬੁੱਢਾ ਸਾਹਿਬ ਜੀ, ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ, ਬੰਦ ਕਟਵਾਉਣ ਵਾਲੇ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ, ਇਹ ਗਿਆਨੀ ਭਗਤ ਹਨ। ਪੈ ਕਾਹੂ ਕਉ ਦੇਤ ਨਹਿ, ਨਹਿ ਪੈ ਮਾਨਤ ਆਨ। ਮਹਾਰਾਜ ਨੇ ਉਹਨਾਂ ਨੂੰ ਗਿਆਨੀ ਇਸ ਸੰਸਾਰ ਦੇ ਅੰਦਰ ਕਿਹਾ ਕਿ ਉਹ ਗਿਆਨੀ ਭਗਤ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਹੈ। ਤੇ ਹਜੂਰ ਕਹਿੰਦੇ ਹਨ, ਭਗਤ ਤੇਰੇ ਮਨ ਭਾਵਦੇ, ਦਰ ਸੋਹਨ ਕੀਰਤ ਗਾਵੰਦੇ। ਹੇ ਪ੍ਰਮਾਤਮਾ, ਉਹ ਭਗਤ ਆਪ ਜੀ ਨੂੰ ਭਾਉਂਦੇ ਹੈ, ਉਹਨਾਂ ਦੇ ਹਿਰਦੇ ਦੀ ਭਾਵਨਾ ਭਾਉਂਦੀ ਹੈ, ਜਿਹੜੇ ਦਰ ਸਤ ਸੰਗਤ ਰੂਪੀ ਦਰ ਤੇ ਆ ਕੇ ਤੁਹਾਨੂੰ ਗਾਉਂਦੇ ਹੈ। ਦਰ ਗਿਆਨ ਰੂਪੀ ਦਰ ਦਹਲੀਜ਼ ਤੇ ਆ ਕਰਕੇ ਮਹਾਰਾਜ ਤੁਹਾਡਾ ਜਸ ਗਾਉਂਦੇ ਹੈ, ਨਿਮਰਤਾ ਵਿੱਚ ਆ ਕੇ ਤੁਹਾਡਾ ਜਸ ਉਚਾਰਦੇ ਹਨ। ਨਾਨਕ ਕਰਮਾਂ ਬਾਹਰੇ, ਸਤਿਗੁਰੂ ਜੀ ਕਹਿੰਦੇ ਹਨ, ਜਿਹੜੇ ਨਿਸ਼ਕਾਮ ਕਰਮਾਂ ਤੋਂ ਬਾਹਰੇ ਹੈ ਨਾ, ਵਾਂਝੇ ਹੈ, ਕਦੇ ਵੀ ਨਿਸ਼ਕਾਮ ਕਰਮ ਨਹੀਂ ਕਰਦੇ। ਸ਼ੁਭ ਕਰਮਾਂ ਤੋਂ ਜਿਹੜੇ ਵਾਂਝੇ ਹਨ, ਦਰ ਢੋ ਨਾ ਲਹਿਨੀ ਧਾਵਦੇ, ਉਹਨਾਂ ਨੂੰ ਪਰਮਾਤਮਾ ਦੇ ਦਰ ਵਾਹਿਗੁਰੂ ਦੇ ਸਰੂਪ ਰੂਪੀ ਘਰ ਦੇ ਵਿੱਚ ਕਦੇ ਢੋਈ ਨਹੀਂ ਮਿਲਦੀ। ਉਹ ਢਾਉਂਦੇ ਰਹਿੰਦੇ ਐ, ਕਦੇ ਉਹਨਾਂ ਦਾ ਮਨ ਵੀ ਟਿਕਦਾ ਨਹੀਂ ਹੈ, ਕਦੇ ਸਤ ਸੰਗਤ ਦੇ ਵਿੱਚ ਵੀ ਟਿਕ ਕਰਕੇ ਨਹੀਂ ਬੈਠ ਸਕਦੇ, ਜਿਹੜੇ ਨਿਸ਼ਕਾਮ ਕਰਮਾਂ ਤੋਂ ਹੀਣੇ ਜੀਵ ਹਨ। ਮਹਾਰਾਜ ਕਹਿੰਦੇ ਦਰ ਢੋ ਨਾ ਲਹਿਨੀ ਧਾਵਦੇ, ਉਹਨਾਂ ਨੂੰ ਢੋਈ ਨਹੀਂ ਮਿਲਦੀ, ਨਾ ਲੋਕ ਵਿੱਚ ਨਾ ਪਰਲੋਕ ਵਿੱਚ। ਉਹ ਧਾਵਾ ਧਾਈ ਵਿੱਚ ਹੀ ਭੱਜੇ ਫਿਰਦੇ ਆ, ਕਦੇ ਕਿਸੇ ਪਾਸੇ ਚਲੇ ਜਾਂਦੇ ਆ, ਕਦੇ ਕਿਸੇ ਪਾਸੇ, ਤੇ ਕਦੇ ਉਹਨਾਂ ਦੀ ਸਥਿਤੀ ਨਹੀਂ ਬਣਦੀ। ਉਹ ਕਦੇ ਜੂਨਾਂ ਵਿੱਚ, ਕਦੇ ਕਿਸੇ ਜੂਨ ਵਿੱਚ ਧਾਵਾ ਧਾਈ ਕਰਦੇ ਰਹਿੰਦੇ ਆ, ਕਦੇ ਕਿਸੇ ਜੂਨ ਦੇ ਵਿੱਚ। ਇੱਕ ਮੂਲ ਨਾ ਬੁੱਝਣ ਆਪਣਾ, ਇੱਕ ਜੋ ਮੂਲ ਸਰੂਪ ਪਰਮਾਤਮਾ ਹੈ, ਉਸ ਨੂੰ ਬੁੱਝਦੇ ਨਹੀਂ ਹਨ। ਮਹਾਰਾਜ ਕਹਿੰਦੇ ਜਿਸ ਜੀਵ ਨੂੰ ਬੁੱਝਣਾ ਹੈ, ਜਿਸ ਆਪਣੇ ਮੂਲ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਬੁੱਝਣਾ ਸੀ, ਉਹਨੂੰ ਤਾਂ ਬੁੱਝ ਨਾ ਸਕਿਆ। ਹੋਰ ਦੁਨੀਆ ਦੇ ਸੰਸਾਰ ਦੇ ਵਿੱਚ ਬੁੱਝਣ ਦੇ ਵਾਸਤੇ ਬੁਝਾਰਤਾਂ ਦੇ ਵਿੱਚ ਲੱਗਾ ਰਿਹਾ, ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਮੂਲ ਸਰੂਪ ਨੂੰ ਬੁੱਝਿਆ ਨਾ। ਅਣਹੋਦਾ ਆਪ ਗਣਾਏ ਦੇ, ਤੇ ਅਣਹੋਦਾ ਅਣਹੋਇਆ ਹੀ ਆਪਣੇ ਆਪ ਨੂੰ ਗਣਾਈ ਜਾਂਦਾ ਜੀ। ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਗਿਆਨੀ ਆ ਜੀ, ਮੈਂ ਮਹਾਪੁਰਖ ਹਾਂ, ਮੈਂ ਪੂਰਨ ਪੁਰਖ ਹਾਂ, ਮੈਂ ਸੰਤ ਹਾਂ। ਆਪੋ ਵਿੱਚ ਹੀ ਮਹਾਰਾਜ ਕਹਿੰਦੇ ਖਵਾਈ ਜਾਂਦਾ। ਮੂਲ ਸਰੂਪ ਨੂੰ ਤਾਂ ਜਾਣਿਆ ਨਹੀਂ, ਸਵੈ ਸਰੂਪ ਦੀ ਤਾਂ ਪਹਿਚਾਣ ਕਰ ਨਾ ਸਕਿਆ ਕਿ ਇਹ ਮਨਾ ਤੂੰ ਪਰਮਾਤਮਾ ਦੀ ਅੰਸ਼ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦਾ ਤੂੰ ਸਰੂਪ ਹੈ। ਪਰਾਰਬਧ ਕਰਕੇ, ਕਰਮਾਂ ਦੇ ਕਰਕੇ ਵਾਹਿਗੁਰੂ ਦੇ ਨਾਲ ਵਿਛੜਿਆ। ਹੁਣ ਨਿਸ਼ਕਾਮ ਕਰਮ ਕਰ, ਤੂੰ ਫੇਰ ਉਹਦੀ ਅਭੇਦਤਾ ਨੂੰ ਪਾ ਸਕਦਾ ਹੈ। ਪਰ ਮਹਾਰਾਜ ਕਹਿੰਦੇ ਮੂਲ ਇੱਕ ਮੂਲ ਨਾ ਬੁੱਝਣ ਆਪਣਾ, ਅਣਹੋਦਾ ਆਪ ਗਣਾਏ ਦੇ। ਅਣਹੋਇਆ ਹੀ ਆਪਣੇ ਆਪ ਨੂੰ ਗਣਾਉਂਦਾ ਰਹਿੰਦਾ, ਐਵੇਂ ਆਪ ਹੀ ਕਦੇ ਸੰਤ ਕਦੇ ਮਹਾਂਪੁਰਖ ਬਣ ਕੇ ਕਮਾਉਂਦਾ ਰਹਿੰਦਾ। ਮਹਾਰਾਜ ਕਹਿੰਦੇ ਅਣਹੋਇਆ ਹੀ ਐਵੇਂ ਹੰਕਾਰ ਕਰਦਾ ਹੈ। ਹਉ ਢਾਡੀ ਕਾ ਨੀਚ ਜਾਤ, ਪਰ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨਿਮਰਤਾ ਦੇ ਘਰ ਵਿੱਚ ਆ ਕੇ ਮਹਾਰਾਜ ਸਾਨੂੰ ਵੀ ਹਿਰਦੇ ਦੀ ਗਰੀਬੀ ਦੀ ਦਾਤ ਬਖਸ਼ਿਸ਼ ਕਰ ਰਹੇ ਹੈ। ਕਹਿੰਦੇ ਹਨ ਕਦੇ ਵੀ ਮਾਣ ਨਹੀਂ ਕਰਨਾ ਚਾਹੀਦਾ। ਹਉ ਢਾਡੀ ਕਾ ਨੀਚ ਜਾਤ, ਅਸੀਂ ਕਹਿੰਦੇ ਵਾਹਿਗੁਰੂ ਦਾ ਜਸ ਉਚਾਰਨ ਕਰਨ ਵਾਲੇ, ਨੀਵੀਂ ਜਾਤ ਵਾਲੇ। ਮਹਾਰਾਜ ਕਹਿੰਦੇ ਗੁਰਸਿੱਖ ਇਵੇਂ ਆਪਣੇ ਹਿਰਦੇ ਅੰਦਰ ਗਰੀਬੀ ਬਣਾ ਕੇ ਰੱਖਿਆ ਕਰ। ਹੋਰ ਉੱਤਮ ਜਾਤ ਸਦਾਏ ਦੇ, ਹੋਰ ਜਿਹੜੇ ਆਪਣੇ ਆਪ ਨੂੰ ਉੱਤਮ ਜਾਤ ਵਾਲੇ ਅਖਵਾਉਂਦੇ ਆ ਨਾ,
ਹੋਰ ਭਾਵੇਂ ਬੜੀਆਂ ਡੀਂਗਾਂ ਮਾਰਦੇ, ਬੜੀ ਵੱਡੀ ਕੁੱਲ ਦੇ ਵਿੱਚ ਸਾਡਾ ਜਨਮ ਹੋਇਆ, ਸਾਡੀ ਜਾਤ ਬੜੀ ਉੱਚੀ ਹੈ, ਬੜੀਆਂ ਉੱਚੀਆਂ ਉੱਚੀਆਂ ਹੰਕਾਰ ਦੀਆਂ ਡੀਂਗਾਂ ਮਾਰਦੇ ਰਹਿੰਦੇ ਐ, ਪਰ ਮਹਾਰਾਜ ਕਹਿੰਦੇ ਹਨ ਇਵੇਂ ਪ੍ਰਮਾਤਮਾ ਦਾ ਪਿਆਰ ਥੋੜਾ ਪਾ ਸਕਦੇ ਐ, ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਨਹੀਂ ਪਾ ਸਕਦੇ, ਪ੍ਰਮਾਤਮਾ ਦੇ ਸਰੂਪ ਦਾ ਆਨੰਦ ਨਹੀਂ ਕਦਾਚਿਤ ਵੀ ਮਾਣ ਸਕਦੇ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ, ਹਉ ਢਾਡੀ ਕਾ ਨੀਚ ਜਾਤ, ਹੇ ਪ੍ਰਮਾਤਮਾ, ਹੇ ਅਕਾਲ ਪੁਰਖ ਵਾਹਿਗੁਰੂ, ਤੁਹਾਡਾ ਜਸ ਉਚਾਰਨ ਕਰਨ ਵਾਲੇ ਮਹਾਰਾਜ ਅਸੀਂ ਨੀਚ ਹਾਂ। ਮਹਾਰਾਜ ਇੰਨੀ ਗਰੀਬੀ ਸਾਡੇ ਹਿਰਦੇ ਅੰਦਰ ਬਖਸ਼ੋ, ਇੰਨੀ ਨਿਮਰਤਾ ਦੀ ਦਾਤ ਸਾਡੇ ਅੰਦਰ ਬਖਸ਼ੋ। ਮਹਾਰਾਜ ਚੰਗੇ ਕਰਮ ਕਰਦਿਆਂ ਹੋਏ ਵੀ ਆਪਣੇ ਆਪ ਨੂੰ ਨੀਵਾਂ ਸਮਝਣਾ ਕਰੀਏ। ਤੈਨ ਮੰਗਾ ਜੇ ਤੁਧੈ ਧਿਆਏ ਦੇ। ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ। ਮਹਾਰਾਜ ਕਹਿੰਦੇ ਉਹਨਾਂ ਵਾਹਿਗੁਰੂ ਦੇ ਪਿਆਰੇ ਚਰਨਾਂ ਦੀ ਧੂੜੀ ਦੀ ਦਾਤ ਅਸੀਂ ਮੰਗਦੇ ਹਾਂ। ਮਹਾਰਾਜ ਜੋ ਰਾਤ ਦਿਨ ਤੁਹਾਨੂੰ ਧਿਆਉਂਦੇ ਹਨ, ਅੱਠੇ ਪਹਿਰ ਇੱਕ ਤੈ ਲਿਵੈ ਮਨੇਨ ਹੁਕਮ ਅਪਾਰ ਦੀ ਦਾਤ ਜਿਨ੍ਹਾਂ ਨੂੰ ਪ੍ਰਾਪਤ ਹੋਈ ਹੈ। ਊਠਤ ਬੈਠਤ ਸੋਵਤ ਨਾਮ, ਇਹ ਜਿਨ੍ਹਾਂ ਨੂੰ ਦਾਤ ਮਹਾਰਾਜ ਪ੍ਰਾਪਤ ਹੋਈ ਹੈ ਨਾ, ਤਿੰਨ ਮੰਗਾ ਜੇ ਤੁਝੇ ਧਿਆਏ ਦੇ, ਉਹਨਾਂ ਦੀ ਸੰਗਤ ਅਸੀਂ ਮਹਾਰਾਜ ਮੰਗਦੇ ਹਾਂ। ਕਿਰਪਾ ਕਰੋ ਹੇ ਗਰੀਬ ਨਵਾਜ, ਆਪਣੇ ਪਿਆਰੇ ਸਤਿਪੁਰਸ਼ਾਂ ਦੀ ਸੰਗਤ ਬਖਸ਼ਿਸ਼ ਕਰੋ, ਗੁਰਮੁਖਾਂ ਦੀ ਨਾਮ ਜਪਣ ਵਾਲਿਆਂ ਦੀ ਸੰਗਤ ਬਖਸ਼ਿਸ਼ ਕਰੋ। ਮਹਾਰਾਜ ਕੁਸੰਗਤ ਤੋਂ, ਖੋਟੀ ਸੰਗਤ ਤੋਂ, ਭੈੜੀ ਸੰਗਤ ਤੋਂ ਕਿਰਪਾ ਕਰਕੇ ਸਾਨੂੰ ਬਚਾ ਲਓ। ਹੇ ਗਰੀਬ ਨਵਾਜ, ਮਾੜੀ ਸੰਗਤ ਤੋਂ ਸਾਨੂੰ ਬਚਾ ਕਰਕੇ ਰੱਖ ਲਓ। ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ ਬ੍ਰਹਮ ਬੇਤਿਆਂ ਦੀ ਸੰਗਤ ਕਿਰਪਾ ਕਰਕੇ ਸਾਨੂੰ ਬਖਸ਼ੋ। ਮਹਾਰਾਜ ਉਹਨਾਂ ਦੀ ਸੰਗਤ ਆਪ ਜੀ ਦੇ ਚਰਨਾਂ ਵਿੱਚ ਅਸੀਂ ਦਾਤ ਮੰਗਦੇ ਆ, ਕਿਉਂਕਿ ਚੰਗੀ ਸੰਗਤ ਜੀਵਨ ਦੇ ਵਿੱਚ ਪ੍ਰਾਪਤ ਹੋ ਜਾਣੀ ਇਹ ਸਾਧ ਸੰਗਤ ਜੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਵੱਡ ਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾ ਖਾਵਹਿ। ਬਿਨ ਭਾਗਾ ਸਦ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਬਿਨਾਂ ਭਾਗਾਂ ਤੋਂ ਭਲੇ ਪੁਰਸ਼ਾਂ ਦੀ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ। ਮਹਾਰਾਜ ਕਹਿੰਦੇ ਭਾਗਾਂ ਤੋਂ ਹੀਣੇ ਜਿਹੜੇ ਜੀਵ ਹੈ ਨਾ, ਭਰਮਾਂ ਦੇ ਵਿੱਚ ਪੈ ਕੇ ਕੁਸੰਗਤ ਵਿੱਚ ਤੁਰੇ ਫਿਰਦੇ ਆ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਸਤ ਸੰਗਤ ਦੀ ਮੰਗ ਕਰਨੀ ਚਾਹੀਦੀ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਮਹਾਰਾਜ ਆਪਣੇ ਚਰਨਾਂ ਦਾ ਪਿਆਰ ਬਖਸ਼ੋ, ਆਪਣੀ ਪਿਆਰੀ ਸਤ ਸੰਗਤ ਦੀ ਦਾਤ ਬਖਸ਼ਿਸ਼ ਕਰੋ। ਜਿਵੇਂ ਹਰ ਰੋਜ਼ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ, ਬੇਨਤੀ ਕਰਦੇ ਆ ਨਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ। ਮਹਾਰਾਜ ਉਹਨਾਂ ਪਿਆਰਿਆਂ ਗੁਰਮੁਖਾਂ ਦਾ ਮੇਲ ਕਿਰਪਾ ਕਰਕੇ ਮਿਲਾਓ, ਜਿਨ੍ਹਾਂ ਕਰਕੇ ਤੁਹਾਡਾ ਨਾਮ ਸਾਨੂੰ ਚੇਤੇ ਆਵੇ। ਮਹਾਰਾਜ ਉਹਨਾਂ ਖੋਟੀ ਸੰਗਤ ਦੀ ਨਾ ਕਿਤੇ ਸਾਨੂੰ ਮਿਲਾਪ ਕਰਾ ਦਿਓ, ਜਿਨ੍ਹਾਂ ਕਰਕੇ ਨਾਮ ਤੁਹਾਡਾ ਵਿਸਰ ਜਾਵੇ। ਮਹਾਰਾਜ ਨਾਮ ਜਪਣ ਵਾਲਿਆਂ ਗੁਰਮੁਖਾਂ ਦਾ ਪਿਆਰ, ਗੁਰਮੁਖਾਂ ਦੀ ਚੰਗੀ ਸੰਗਤ ਕਿਰਪਾ ਕਰਕੇ ਸਾਨੂੰ ਜੀਵਨ ਦੇ ਵਿੱਚ ਬਖਸ਼ੋ। ਤੁਹਾਡੀ ਯਾਦ ਸਦਾ ਸਾਡੇ ਹਿਰਦੇ ਅੰਦਰ ਆਮਦੀ ਰਹੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰੂ ਸ਼ਬਦ ਦੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਓ ਮੇਲਾ। ਇਕ ਮੂਲ ਨਾ ਬੁੱਝਣ ਆਪਣਾ, ਅਣਹੋਦਾ ਆਪ ਗਣਾਏ ਦੇ। ਹਾਉ ਢਾਡੀ ਕਾ ਨੀਚ ਜਾਤ, ਹੋਰ ਉਤਮ ਜਾਤ ਸਦਾਏ ਦੇ। ਤਿਨ ਮੰਗਾ ਜੇ ਤੁਧੈ ਧਿਆਏ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।